ਇਹ ਬਹੁਤ ਹੀ ਅਨਫੋਰਚੂਨੇਟ ਰਿਹਾ ਕਿ ਸਰਦਾਰ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਨੂੰ ਪੰਜਾਬ ਵਿਧਾਨ ਸਭਾ ਦੇ ਬਾਹਰ ਜਾ ਕੇ ਧਰਨਾ ਲਾਣਾ ਪਿਆ। ਐਕਸਟੋਰਸ਼ਨ ਦੀ ਗੱਲ ਕਰੀਏ, ਕਿੰਨਾ ਕੁ ਡੂੰਘਾ ਇਹ ਮਸਲਾ ਹੈਗਾ? ਕਿੰਨੇ ਕੁ ਲੋਕਾਂ ਨੂੰ ਤੁਸੀਂ ਮੰਨਦੇ ਹੋ ਵੀ ਤੁਹਾਡੇ ਤੋਂ ਬੈਟਰ ਇਸ ਚੀਜ਼ ਨੂੰ ਕੋਈ ਨਹੀਂ ਜਾਣ ਸਕਦਾ ਵੀ ਕਿੰਨੀ ਕੁ ਜ਼ਿਆਦਾ ਐਕਸਟੋਰਸ਼ਨ ਕਾਲਿੰਗ ਹੋ ਰਹੀ ਹੈ ਗੈਂਗਸਟਰ? ਐਕਸਟੋਰਸ਼ਨ ਦੀ ਪੋਜੀਸ਼ਨ ਤਾਂ ਤੁਹਾਡੇ ਸਾਹਮਣੇ ਬੜੀ ਕਲੀਅਰ ਹੈ ਕਿ ਜਿਹੜੇ ਗੈਂਗਸਟਰ ਹੈਗੇ ਨੇ ਲਖਵੀਰ ਸਿੰਘ ਲੰਡਾ ਹਰੀਕੇ, ਅਰਸ਼ ਡਾਲਾ, ਟੂ ਐਨ ਐਕਸਟੈਂਟ ਸੁੱਖਾ ਤੁਨੇਕੇ ਤੇ ਹੋਰ ਵੀ ਕਈ ਗੈਂਗਸਟਰ ਹੋਣਗੇ। ਲਾਰੈਂਸ ਬਿਸ਼ਨੋਈ ਸਭ ਤੋਂ ਵੱਡਾ ਤਾਂ ਲਾਰੈਂਸ ਬਿਸ਼ਨੋਈ ਗੋਲਡੀ ਬਰਾੜ ਦਾ ਗੈਂਗ, ਇਹ ਐਕਸਟੋਰਸ਼ਨ ਲਗਾਤਾਰ ਲੈ ਰਹੇ ਨੇ, ਵਸੂਲ ਕਰ ਰਹੇ ਨੇ। ਮਨਕੀਰਤ ਔਲਖ ਨੂੰ ਵੀ ਕੁਝ ਦਿਨ ਪਹਿਲੇ NIA ਵੱਲੋਂ ਡਿਟੇਨ ਕੀਤਾ ਜਾਂਦਾ ਹੈ। ਉਹ ਖਬਰ ਆਉਂਦੀ ਹੈ ਵੀ ਉਹਨਾਂ ਨੂੰ ਜਹਾਜ਼ ਚੜ੍ਹਨ ਨਹੀਂ ਦਿੱਤਾ ਜਾਂਦਾ ਤੇ ਉਹਨਾਂ ਨੂੰ ਪੁੱਛਗਿੱਛ ਕੀਤੀ ਜਾਂਦੀ ਹੈ। ਉਹ ਵੀ ਸਿੱਧੂ ਮੂਸੇਵਾਲੇ ਦੇ ਕਨੈਕਟਡ ਕੇਸਿਸ 'ਚ ਹੈ ਕਿ ਕੋਈ ਹੋਰ ਚੀਜ਼ ਦੀ ਘੋਖ ਕੀਤੀ ਜਾ ਰਹੀ ਹੈ NIA ਵੱਲੋਂ? ਸੰਦਰਭ ਸਿੱਧੂ ਮੂਸੇਵਾਲਾ ਦੇ ਨਾਲ ਜਾਂ ਬਲਕੌਰ ਸਿੰਘ ਦੇ ਨਾਲ ਹੀ ਜੁੜਿਆ ਹੋਇਆ ਸੀ, ਲੇਕਿਨ ਵੱਖਰਾ ਸੀ। ਉਹਨਾਂ ਨੇ ਕਿਹਾ ਕਿ ਇਸ ਕੇਸ ਦੇ ਵਿੱਚ ਅਸੀਂ ਸਭ ਤੋਂ ਪੁੱਛਗਿੱਛ ਕਰ ਰਹੇ ਹਾਂ। ਅਸੀਂ ਮਨਕੀਰਤ ਔਲਖ ਤੋਂ ਪੁੱਛਗਿੱਛ ਕੀਤੀ ਹੈ, ਅਸੀਂ ਬੱਬੂ ਮਾਨ ਨੂੰ ਬੁਲਾਇਆ ਸੀ, ਜਿਹੜਾ ਹੋਰ ਸ਼ਖਸ ਇਸ ਕੇਸ ਦੇ ਵਿੱਚ ਵਾਂਟਡ ਸੀਗਾ ਜਾਂ ਇਸ ਕੇਸ ਦੇ ਵਿੱਚ ਉਸਦੇ ਸ਼ੱਕੀ ਲੋਕਾਂ ਦੇ ਵਿੱਚ ਉਸਦਾ ਨਾਂ ਰਿਹਾ ਸੀ, ਉਹਨੂੰ ਵੀ ਉਸ ਤੋਂ ਵੀ ਪੁੱਛਗਿੱਛ ਕੀਤੀ। ਯਾਨੀ ਜਿਹੜੇ ਵੀ ਨਾਂ ਪਰਿਵਾਰ ਨੇ ਲਏ, ਪਰਿਵਾਰ ਵੱਲੋਂ ਜਿਹੜੇ ਵੀ ਨਾਂ ਦਾ ਖੁਲਾਸਾ ਕੀਤਾ ਗਿਆ, ਪੁਲਿਸ ਨੇ ਉਹਨਾਂ ਨੂੰ ਬੁਲਾਇਆ, ਪੁੱਛਗਿੱਛ ਕੀਤੀ, ਤਫਤੀਸ਼ ਜਾਰੀ ਹੈ। ਈਵਨ ਇੱਥੋਂ ਤੱਕ ਜਿਹੜੇ SSP ਮਾਨਸਾ ਇਸ ਵਕਤ ਹੈਗੇ ਨੇ ਨਾਨਕ ਸਿੰਘ, ਉਹਨਾਂ ਨੇ ਕਿਹਾ ਕਿ ਐਕਸਟ੍ਰਾਡੀਸ਼ਨ ਦੀ ਜਿਹੜੀ ਪ੍ਰੋਸੀਡਿੰਗ ਹੈਗੀ ਹੈ ਗੋਲਡੀ ਬਰਾੜ ਦੀ, ਉਹਦੇ ਲਈ ਵੀ ਕਾਰਵਾਈ ਪਾਈ ਜਾ ਚੁੱਕੀ ਹੈ। ਜਦੋਂ ਸਿੱਧੂ ਮੂਸੇਵਾਲਾ ਦੀਆਂ ਕਤਲ ਦੀਆਂ ਤਸਵੀਰਾਂ ਸਾਹਮਣੇ ਆਈਆਂ ਤਾਂ ਉਹਨਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਤੇ ਹਾਲ ਹੀ ਵਿੱਚ ਵਿਧਾਨ ਸਭਾ ਦਾ ਸੈਸ਼ਨ ਹੁੰਦਾ ਹੈ, ਉੱਥੇ ਸਿੱਧੂ ਮੂਸੇਵਾਲੇ ਦੇ ਮਾਂ-ਪਿਓ ਧਰਨਾ ਲਾ ਕੇ ਬੈਠੇ ਆ, ਆਪਣੇ ਪੁੱਤ ਦੇ ਜਸਟਿਸ ਮੰਗ ਰਹੇ ਸੀਗੇ ਵੀ ਨਿਆਂ ਕੀਤਾ ਜਾਵੇ। ਉਹਨਾਂ ਦੇ ਜਿਹੜੇ ਪੁੱਤ ਨੂੰ ਮਾਰਿਆ ਗਿਆ ਸੀਗਾ ਬੇਰਹਿਮੀ ਨਾਲ, ਉਹਨਾਂ ਦੇ ਕਾਤਲਾਂ ਨੂੰ ਸਲਾਖਾਂ ਦੇ ਅੰਦਰ ਲਿੱਤਾ ਜਾਵੇ, ਫੜਿਆ ਜਾਵੇ, ਉਹਨਾਂ ਨੂੰ ਬਣਦੀ ਕਾਰਵਾਈ ਕੀਤੀ ਜਾਵੇ ਤੇ ਬਣਦੀ ਸਜ਼ਾ ਦਿਵਾਈ ਜਾਵੇ। ਤੇ ਉਸ ਤਸਵੀਰਾਂ ਨੇ ਵੀ ਪੰਜਾਬ ਦੇ ਲੋਕਾਂ ਨੂੰ ਜਾਂ ਜਿਨ੍ਹਾਂ ਨੇ ਵੀ ਉਹ ਤਸਵੀਰਾਂ ਦੇਖੀਆਂ ਨੇ, ਉਹਨਾਂ ਦਿਲਾਂ ਨੂੰ ਝੰਜੋੜਿਆ। ਕੀ ਨੌਬਤ ਆ ਗਈ ਕਿ ਪੰਜਾਬ ਦੇ ਚੋਟੀ ਦੇ ਕਲਾਕਾਰ ਨੂੰ ਅਸੀਂ ਗਵਾਇਆ ਹੀ ਹੈ, ਪਰ ਉਹਦੇ ਹੁਣ ਜਸਟਿਸ ਵੀ ਨਹੀਂ ਦੇ ਪਾ ਰਹੇ ਹੈਗੇ। ਅੱਜ ਇਸੀ ਇਸ਼ੂ ਨੂੰ ਐਡਰੈਸ ਕਰਾਂਗੇ ਕਿ ਹੁਣ ਸਿੱਧੂ ਮੂਸੇਵਾਲੇ ਦੇ ਮਾਂ-ਪਿਓ ਨੂੰ ਧਰਨੇ ਲਾਣੇ ਪੈ ਰਹੇ ਹੈ ਤਾਂ ਕਿ ਉਹਨਾਂ ਨੂੰ ਇਨਸਾਫ ਮਿਲ ਸਕੇ। ਮੈਂ ਤੁਹਾਡਾ ਹੋਸਟ ਸ਼ੁਭਕਰਮਨ ਸਿੰਘ ਢਾਲੀਵਾਲ, ਮੇਰੇ ਨਾਲ ਨੇ ਮੇਰੇ ਸਹਿਯੋਗੀ ਰਿਤੇਸ਼ ਲੱਖੀ ਜੀ। ਰਿਤੇਸ਼ ਜੀ, ਬਹੁਤ-ਬਹੁਤ ਸਵਾਗਤ ਹੈ। ਧੰਨਵਾਦ ਸ਼ੁਭਕਰਮਨ ਜੀ। ਰਿਤੇਸ਼ ਜੀ, ਤਸਵੀਰਾਂ ਦੀ ਗੱਲ ਕਰੀਏ ਤਾਂ ਜਦੋਂ ਸਿੱਧੂ ਮੂਸੇਵਾਲੇ ਦੇ ਮਾਪਿਓ ਨੇ ਧਰਨਾ ਲਾਇਆ ਵਿਧਾਨ ਸਭਾ ਦੇ ਬਾਹਰ, ਉਹਨੇ ਇੱਕ ਵਾਰ ਫੇਰ ਤੋਂ ਜਿਹੜੀਆਂ ਉਹ ਮੈਮਰੀਜ਼ ਹੈ ਉਹ ਸਾਹਮਣੇ ਲਿਆ ਦਿੱਤੀਆਂ ਸਿੱਧੂ ਮੂਸੇਵਾਲੇ ਦੇ ਕਤਲ ਦੀਆਂ, ਤੇ ਬੜੇ ਦਿਲ ਨੂੰ ਝੰਜੋੜਨ ਵਾਲੀਆਂ ਤਸਵੀਰਾਂ ਨੇ ਵੀ ਮਾਪਿਓ ਕਿਵੇਂ ਬੈਠ ਰਹੇ ਆ, ਦਰ-ਦਰ ਭਟਕ ਰਹੇ ਨੇ ਵੀ ਉਹਨਾਂ ਦੇ ਪੁੱਤ ਦਾ ਜਿਹੜਾ ਕਤਲ ਹੋਇਆ ਉਸ ਚੀਜ਼ ਦਾ ਇਨਸਾਫ ਮਿਲ ਸਕੇ। ਸਿੱਧੂ ਮੂਸੇਵਾਲਾ ਕਿਸੇ ਵੀ ਮਾਇਨੇ ਤੋਂ ਛੋਟਾ-ਮੋਟਾ ਨਾਮ ਨਹੀਂ ਹੈ, ਬਹੁਤ ਵੱਡਾ ਨਾਮ ਹੈ। ਪਹਿਲਾਂ ਉਹਨੂੰ ਗਵਾ ਲੈਣਾ ਤੇ ਉਸ ਤੋਂ ਬਾਅਦ ਉਹਨੂੰ ਨਿਆਂ ਵੀ ਨਹੀਂ ਮਿਲ ਪਾ ਰਿਹਾ। ਦੇਖੋ ਸ਼ੁਭਕਰਮਨ, ਇਹ ਬਹੁਤ ਹੀ ਅਨਫੋਰਚੂਨੇਟ ਰਿਹਾ ਕਿ ਸਰਦਾਰ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਨੂੰ ਪੰਜਾਬ ਵਿਧਾਨ ਸਭਾ ਦੇ ਬਾਹਰ ਜਾ ਕੇ ਧਰਨਾ ਲਾਣਾ ਪਿਆ। ਤਾਂ ਇਹ ਇੱਕ ਬੜਾ ਵੱਡਾ ਜਿਹੜਾ ਕਮਿਊਨੀਕੇਸ਼ਨ ਗੈਪ ਹੈ। ਵੈਸੇ ਤਾਂ ਜਿਹੜੀਆਂ ਸਰਕਾਰਾਂ ਨੇ, ਪੰਜਾਬ ਗਵਰਨਮੈਂਟ ਹੈ, ਉਸਨੇ ਇਹਨਾਂ ਇਨਫੋਰਮੇਸ਼ਨ ਸੰਚਾਰ ਪ੍ਰਸਾਰ ਲਈ ਇੱਕ ਬੜਾ ਵੱਡਾ ਅਦਾਰਾ ਹੈ। ਬੜੇ ਵੱਡੇ ਲੋਕ, ਕਮਿਊਨੀਕੇਸ਼ਨ ਦੇ ਬਹੁਤ ਵੱਡੇ ਮਾਹਰ ਉਹਨਾਂ ਲਈ ਕੰਮ ਕਰਦੇ ਨੇ। ਲੇਕਿਨ ਅਜਿਹੀ ਨੌਬਤ ਕਿਉਂ ਆਉਂਦੀ ਹੈ? ਇੱਕ ਫੋਟੋ ਆਪ ਤਾਂ ਬਣ ਹੀ ਗਿਆ, ਲੇਕਿਨ ਇੱਕ ਬੜਾ ਵੱਡਾ ਸੁਨੇਹਾ ਵੀ ਗਿਆ ਕਿ ਪਰਿਵਾਰ ਅੱਜ ਵੀ ਸੰਤੁਸ਼ਟ ਨਹੀਂ ਹੈ। ਪਰਿਵਾਰ ਨੂੰ ਲੱਗ ਰਿਹਾ ਇਨਸਾਫ ਨਹੀਂ ਹੋ ਪਾ ਰਿਹਾ। ਪਰਿਵਾਰ ਕਹਿ ਰਿਹਾ ਕਿ ਤੁਸੀਂ ਛੋਟੇ-ਮੋਟੇ ਗੁਰਗਿਆਂ ਨੂੰ ਫੜਿਆ, ਤੁਸੀਂ ਛੋਟੇ-ਮੋਟੇ ਬਦਮਾਸ਼ਾਂ ਨੂੰ ਫੜਿਆ, ਵੱਡੇ ਬਦਮਾਸ਼ ਕਦੋਂ ਹੱਥੇ ਚੜਨਗੇ? ਉਹ ਲੋਕ ਜੋ ਕਿ ਪਰਦੇ ਦੇ ਪਿੱਛੇ ਹੈ, ਸਾਜ਼ਿਸ਼ ਜਿਨ੍ਹਾਂ ਨੇ ਕੀਤੀ, ਉਹਨਾਂ ਤੇ ਹੱਥ ਕਦੋਂ ਪਏਗਾ? ਇਹ ਸਾਰੇ ਉਹ ਸਵਾਲ ਸਨ ਜੋ ਕਿ ਪਰਿਵਾਰ ਦੇ ਜ਼ਿਹਨ ਦੇ ਵਿੱਚ ਸਨ। ਤੇ ਇੰਨੇ ਮਹੀਨਿਆਂ ਤੋਂ, 9 ਮਹੀਨੇ ਤੋਂ ਵੱਧ ਲਗਭਗ ਸਮਾਂ ਹੋ ਚੁੱਕਾ ਹੈ ਸਿੱਧੂ ਮੂਸੇਵਾਲੇ ਦੇ ਕਤਲ ਨੂੰ, ਤੇ ਉਸ ਤੋਂ ਬਾਅਦ ਵੀ ਜੇ ਪਰਿਵਾਰ ਤੇ ਪੁਲਿਸ ਦਾ ਜਾਂ ਸਰਕਾਰ ਦਾ ਆਪਸ ਦਾ ਰਾਬਤਾ ਹੀ ਨਹੀਂ, ਇਸ ਮੈਂ ਕਹਾਂਗਾ ਕਿ ਪਿਛਲੇ ਤਕਰੀਬਨ ਪੰਜਾਬ ਦੇ 2 ਦਹਾਕਿਆਂ ਦੇ ਸਭ ਤੋਂ ਵੱਡੇ ਕਤਲ ਕੇਸ ਦੇ ਵਿੱਚ ਜੇ ਇੱਕ ਕਮਿਊਨੀਕੇਸ਼ਨ ਗੈਪ ਹੀ ਪਰਿਵਾਰ ਦੇ ਨਾਲ, ਪੀੜਤ ਪਰਿਵਾਰ ਦੇ ਨਾਲ ਨਹੀਂ ਬਣਾ ਪਾਈ ਪੰਜਾਬ ਸਰਕਾਰ, ਤਾਂ ਇਹ ਬਹੁਤ ਹੀ ਅਨਫੋਰਚੂਨੇਟ ਹੈ। ਹਾਲਾਂਕਿ ਕੁਝ ਘੰਟੇ ਧਰਨਾ ਚੱਲਦਾ, ਉਸ ਤੋਂ ਬਾਅਦ ਮੰਤਰੀ ਜਿਹੜੇ ਹੈਗੇ ਨੇ ਕੁਲਦੀਪ ਧਾਲੀਵਾਲ ਜਿਹੜੇ ਨੇ ਆਉਂਦੇ ਨੇ ਤੇ ਉਸ ਤੋਂ ਬਾਅਦ ਪਰਿਵਾਰ ਦੇ ਨਾਲ ਗੱਲ ਕਰਦੇ ਨੇ, ਭਰੋਸੇ ਦਵਾਉਂਦੇ ਨੇ। ਉਸ ਤੋਂ ਬਾਅਦ ਪਰਿਵਾਰ ਮੰਨ ਜਾਂਦਾ ਤੇ ਉਸ ਤੋਂ ਬਾਅਦ ਉੱਠ ਜਾਂਦਾ, ਕਿਹਾ ਜਾਂਦਾ ਵੀ 20 ਤਰੀਕ ਤੋਂ ਬਾਅਦ ਇੱਕ ਮੀਟਿੰਗ ਮੁੱਖ ਮੰਤਰੀ ਦੇ ਨਾਲ ਰੱਖੀ ਜਾਏਗੀ। ਲੇਕਿਨ ਅਜਿਹੀ ਨੌਬਤ ਹੀ ਕਿਉਂ ਆਉਂਦੀ ਹੈ? ਕਿਉਂ ਪਰਿਵਾਰਾਂ ਨੂੰ ਧਰਨੇ ਲਾਣੇ ਪੈ ਰਹੇ ਹੈਗੇ ਨੇ, ਉਹ ਵੀ ਵਿਧਾਨ ਸਭਾ ਦੇ ਚੱਲਦੇ ਸੈਸ਼ਨ ਦੌਰਾਨ? ਯਾਨੀ ਕਿ ਪਰਿਵਾਰ ਨੂੰ ਕਿਸੇ ਨੇ ਗਾਈਡ ਕੀਤਾ ਹੋਏਗਾ ਕਿ ਤੁਸੀਂ ਸੈਸ਼ਨ ਜਿਸ ਦੌਰਾਨ ਕੀ ਕਵਰੇਜ ਜਿਹੜੀ ਹੈ ਪੀਕ ਤੇ ਹੁੰਦੀ ਹੈ, ਉਸ ਦੇ ਜ਼ਰੀਏ ਆਪਣਾ ਮੈਸੇਜ ਭੇਜੋ। ਸੋ ਕੀ ਪਰਿਵਾਰ ਜਿਹੜੇ ਸੁਨੇਹੇ ਭੇਜ ਰਿਹਾ ਸੀ ਉਹ ਸਰਕਾਰ ਦੇ ਕੰਨਾਂ ਤੱਕ ਨਹੀਂ ਪਹੁੰਚ ਰਹੇ ਸੀ? ਹਾਲਾਂਕਿ ਕੁਲਦੀਪ ਸਿੰਘ ਧਾਲੀਵਾਲ ਵੀ ਕਹਿ ਰਹੇ ਨੇ, ਪੰਜਾਬ ਦੇ ਜਿਹੜੇ ਮੈਂ ਦੇਖਿਆ ਵੀ ਮਾਨਸਾ ਦੇ SSP ਨੇ ਵੀ ਪੈਰਲਲੀ, ਜਦੋਂ ਇਸ ਵਕਤ ਵਿਧਾਨ ਸਭਾ ਦੇ ਵਿੱਚ ਧਰਨਾ ਚੱਲਦਾ ਪਿਆ ਸੀ, ਉਸ ਵਕਤ ਉਹਨਾਂ ਨੇ ਵੀ ਇੱਕ ਪ੍ਰੈਸ ਕਾਨਫਰੰਸ ਕਰ ਰਹੇ ਸੀ
ਹਾਲਾਂਕਿ ਉਹ ਸੰਦਰਭ ਸਿੱਧੂ ਮੂਸੇਵਾਲਾ ਦੇ ਨਾਲ ਜਾਂ ਬਲਕੌਰ ਸਿੰਘ ਦੇ ਨਾਲ ਹੀ ਜੁੜਿਆ ਹੋਇਆ ਸੀ, ਲੇਕਿਨ ਵੱਖਰਾ ਸੀ। ਉਹਨਾਂ ਨੇ ਕਿਹਾ ਕਿ ਇਸ ਕੇਸ ਦੇ ਵਿੱਚ ਅਸੀਂ ਸਭ ਤੋਂ ਪੁੱਛਗਿੱਛ ਕਰ ਰਹੇ ਹਾਂ, ਅਸੀਂ ਮਨਕੀਰਤ ਔਲਖ ਤੋਂ ਪੁੱਛਗਿੱਛ ਕੀਤੀ ਹੈ, ਅਸੀਂ ਬੱਬੂ ਮਾਨ ਨੂੰ ਬੁਲਾਇਆ ਸੀ, ਜਿਹੜਾ ਹੋਰ ਸ਼ਖਸ ਇਸ ਕੇਸ ਦੇ ਵਿੱਚ ਵਾਂਟਡ ਸੀਗਾ ਜਾਂ ਇਸ ਕੇਸ ਦੇ ਵਿੱਚ ਉਸਦੇ ਸ਼ੱਕੀ ਲੋਕਾਂ ਦੇ ਵਿੱਚ ਉਸਦਾ ਨਾਂ ਰਿਹਾ ਸੀ, ਉਹਨੂੰ ਵੀ ਉਸ ਤੋਂ ਵੀ ਪੁੱਛਗਿੱਛ ਕੀਤੀ। ਯਾਨੀ ਜਿਹੜੇ ਵੀ ਨਾਂ ਪਰਿਵਾਰ ਨੇ ਲਏ, ਪਰਿਵਾਰ ਵੱਲੋਂ ਜਿਹੜੇ ਵੀ ਨਾਂ ਦਾ ਖੁਲਾਸਾ ਕੀਤਾ ਗਿਆ, ਪੁਲਿਸ ਨੇ ਉਹਨਾਂ ਨੂੰ ਬੁਲਾਇਆ, ਪੁੱਛਗਿੱਛ ਕੀਤੀ, ਤਫਤੀਸ਼ ਜਾਰੀ ਹੈ। ਈਵਨ ਇੱਥੋਂ ਤੱਕ ਜਿਹੜੇ ਐਸਐਸਪੀ ਮਾਨਸਾ ਇਸ ਵਕਤ ਹੈਗੇ ਨੇ ਨਾਨਕ ਸਿੰਘ, ਉਹਨਾਂ ਨੇ ਕਿਹਾ ਕਿ ਐਕਸਟ੍ਰਾਡੀਸ਼ਨ ਦੀ ਜਿਹੜੀ ਪ੍ਰੋਸੀਡਿੰਗ ਹੈਗੀ ਹੈ ਗੋਲਡੀ ਬਰਾੜ ਦੀ, ਉਹਦੇ ਲਈ ਵੀ ਕਾਰਵਾਈ ਪਾਈ ਜਾ ਚੁੱਕੀ ਹੈ। ਹੁਣ ਐਕਸਟ੍ਰਾਡੀਸ਼ਨ ਦੀ ਪ੍ਰੋਸੀਡਿੰਗ ਦੀ ਕਾਰਵਾਈ ਪਾਈ ਜਾ ਚੁੱਕੀ ਹੈ, ਇਹ ਚੀਜ਼ ਤੋਂ ਮੈਨੂੰ ਭਾਵ ਸਮਝ ਨਹੀਂ ਆਇਆ। ਪੱਤਰਕਾਰਾਂ ਨੂੰ ਤਾਂ ਪੁੱਛਿਆ ਕਿ ਗੋਲਡੀ ਬਰਾੜ ਨੂੰ ਕਿਤੇ ਡਿਟੇਨ ਕੀਤਾ ਹੋਇਆ, ਫੜਿਆ ਹੋਇਆ ਹੈ? ਸੋ ਕਹਿੰਦੇ ਵੀ ਸਾਡੇ ਕੋਲ ਜਿੰਨੀ ਕਿ ਜਾਣਕਾਰੀ ਆਈ, ਅਸੀਂ ਆਪਣੀ ਐਕਸਟ੍ਰਾਡੀਸ਼ਨ ਲਈ ਜਿਹੜਾ ਪ੍ਰੋਸੈਸ ਹੈ ਉਸ ਨੂੰ ਅੱਗੇ ਤੋਰਿਆ ਹੋਇਆ ਹੈ। ਐਕਸਟ੍ਰਾਡੀਸ਼ਨ ਦਾ ਪ੍ਰੋਸੈਸ ਤਾਂ ਉਸ ਸਟੇਜ ਦੇ ਵਿੱਚ ਅੱਗੇ ਤੁਰਦਾ ਜਦੋਂ ਕਿ ਕਿਸੇ ਸ਼ਖਸ ਤੇ ਜਿਹੜੇ ਉਹਦੇ ਵੇਅਰ ਅਬਾਊਟਸ ਹੈਗੇ ਨੇ, ਉਹਦਾ ਪਤਾ ਠਿਕਾਣਾ ਹੈ, ਪਤਾ ਹੋਵੇ। ਸੋ ਉਹ ਕੀ ਕਾਰਵਾਈ ਹੈ, ਅੰਦਰ ਖਾਤੇ ਸਰਕਾਰ ਕੀ ਕਹਿ ਰਹੀ ਹੈ? ਆਪਾਂ ਦੇਖਿਆ ਸੀ ਕਿ ਮੁੱਖ ਮੰਤਰੀ ਨੇ ਵੀ ਐਲਾਨ ਕੀਤਾ ਸੀ, ਸਾਡੇ ਕੋਲ ਵੀ ਰਿਪੋਰਟਾਂ ਪਹਿਲਾਂ ਮਿਲੀਆਂ ਸਨ ਕਿ ਗੋਲਡੀ ਬਰਾੜ ਨੂੰ ਦੇ ਉੱਤੇ ਹੱਥ ਪੈ ਰਿਹਾ ਹੈ, ਕਿਤੇ ਨਾ ਕਿਤੇ ਉਸਨੂੰ ਟਰੈਕ ਕਰ ਲਿਆ ਗਿਆ ਹੈ। ਲੇਕਿਨ ਉਹ ਸਾਰੀਆਂ ਗੱਲਾਂ ਉੱਤੇ ਇੱਕ ਅਜਿਹਾ ਸੰਸਾਰ ਕ੍ਰੀਏਟ ਕੀਤਾ ਗਿਆ ਹੈ ਜਾਂ ਬਣਿਆ ਹੋਇਆ ਹੈ ਜੋ ਕਿ ਪਰਿਵਾਰ ਦੇ ਲਈ ਇੱਕ ਬੜੀ ਵੱਡੀ ਦੁਚਿੱਤੀ ਦਾ ਕਾਰਨ ਤੇ ਇਕੱਲਾ ਗੋਲਡੀ ਬਰਾੜ ਦੀ ਪਰਿਵਾਰ ਹੋਰ ਵੀ ਚਾਹ ਰਿਹਾ। ਮਨਕੀਰਤ ਔਲਖ ਦੇ ਸੰਦਰਭ ਵਿੱਚ ਵੀ ਸਵਾਲ ਪੁੱਛੇ ਗਏ, ਸੋ ਉਸ ਬਾਰੇ ਵੀ ਪਰਿਵਾਰ ਕਹਿ ਰਿਹਾ ਕਿ ਬਹੁਤ ਸੇ ਅਜਿਹੇ ਹੋਰ ਲੋਕ ਹੈਗੇ ਨੇ ਜਿਨ੍ਹਾਂ ਨੂੰ ਇਸ ਜਾਂਚ ਦੇ ਦਾਇਰੇ ਦੇ ਵਿੱਚ ਲਿਆਇਆ ਜਾਣਾ ਚਾਹੀਦਾ ਤੇ ਜਿਹੜੀ ਪੜਤਾਲ ਕੀਤੀ ਜਾਣੀ ਚਾਹੀਦੀ। ਲੇਕਿਨ ਪਰਿਵਾਰ ਆਖਰ ਦੇ ਵਿੱਚ ਚਾਹ ਕੀ ਰਿਹਾ ਹੈ? ਉਹ ਖੁੱਲ ਕੇ ਕਈ ਚੀਜ਼ਾਂ ਕਹਿ ਨਹੀਂ ਪਾ ਰਹੇ ਨੇ। ਸਰਦਾਰ ਬਲਕੌਰ ਸਿੰਘ ਨੇ ਵੀ ਬਹੁਤ ਗੱਲਾਂ ਬਾਤਾਂ ਨਹੀਂ ਕਹੀਆਂ ਖੁੱਲ ਕੇ, ਔਰ ਕਿਹੜੇ ਲੋਕਾਂ ਦੀ ਗੱਲ, ਕਿਸ ਭੂਮਿਕਾ ਦੀ ਗੱਲ ਕਰ ਰਹੇ ਨੇ ਤੇ ਪੁਲਿਸ ਤੋਂ ਕੀ ਆਸ ਕਰ ਰਹੇ ਨੇ, ਇਹ ਚੀਜ਼ਾਂ ਖੁੱਲ ਕੇ ਥੋੜੀ ਜਿਹੀ ਹੋਣੀਆਂ ਚਾਹੀਦੀਆਂ ਸੀ। ਲੇਕਿਨ ਮੈਨੂੰ ਲੱਗਦਾ ਕਿ ਜਿਹੜੇ ਆਪਸ ਦੇ ਕਨੈਕਸ਼ਨ ਜਾਂ ਤਾਰ ਹੈਗੇ ਨੇ, ਕਮਿਊਨੀਕੇਸ਼ਨ ਦੇ ਜਿਹੜੇ ਫਰੰਟ ਨੇ, ਉਹ ਸਹੀ ਤਰੀਕੇ ਦੇ ਨਾਲ ਖੁੱਲੇ ਨਹੀਂ ਹੋਏ, ਤਾਂ ਹੀ ਕਰਕੇ ਇਹ ਇਸ ਤਰੀਕੇ ਦੇ ਵਿਚਾਰ ਪਰਿਵਾਰ ਦੇ ਮਨ ਵਿੱਚ ਆਏ ਨੇ ਤੇ ਉਹਨਾਂ ਦੇ ਮਨ ਵਿੱਚ ਸ਼ੱਕ ਹੈ ਵੀ ਸਰਕਾਰ ਕੀ ਗੰਭੀਰ ਵੀ ਹੈ ਇਸ ਮੁੱਦੇ ਉੱਤੇ ਕਾਰਵਾਈ ਨੂੰ ਲੈ ਕੇ ਜਾਂ ਨਹੀਂ। ਜੀ, ਉਹਨਾਂ ਨੇ ਇਹ ਗੱਲ ਕਹੀ ਵੀ ਹੈ ਵੀ ਮੈਂ ਧਰਨੇ 'ਚ ਬੈਠਣ ਵਾਲਾ ਬੰਦਾ ਨਹੀਂ, ਮੈਂ ਸਰਕਾਰ ਨੂੰ ਪੂਰਾ ਵਾਜਬ ਸਮਾਂ ਦਿੱਤਾ, ਉਸ ਤੋਂ ਬਾਅਦ ਮੈਂ ਬੈਠਾ। ਇੱਕ ਉਹਨਾਂ ਨੇ ਬੜੀ ਅਹਿਮ ਗੱਲ ਕੀਤੀ, ਉਹ ਧਰਨੇ ਤੇ ਬੈਠੇ ਸੀ ਜਾਂ ਮੀਡੀਆ ਇੰਟਰੈਕਸ਼ਨ ਕਰ ਰਹੇ ਸੀ, ਉਹਨਾਂ ਨੇ ਕਿਹਾ ਵੀ ਇਹਨਾਂ ਨੇ ਭ੍ਰਸ਼ਟਾਚਾਰ ਦੀ ਹੈਲਪਲਾਈਨ ਖੋਲੀ ਹੋਈ ਹੈ, ਜੇ ਇੱਕ ਵਾਰ ਜਿਨ੍ਹਾਂ ਬੰਦਿਆਂ ਨੂੰ ਗੈਂਗਸਟਰਾਂ ਤੋਂ ਧਮਕੀਆਂ ਮਿਲ ਰਹੀਆਂ ਉਸਦੀ ਵੀ ਜੇ ਲਾਈਨ ਖੋਲ ਦੇਣ ਤਾਂ 24 ਘੰਟਿਆਂ 'ਚ ਦੇਖਿਓ ਹਾਲ ਪਤਾ ਲੱਗ ਜਾਊ ਵੀ ਕਿੱਥੇ ਖੜਾ ਪੰਜਾਬ ਦਾ ਲਾਅ ਐਂਡ ਆਰਡਰ, ਕਿੱਥੇ ਖੜੀ ਹੈ ਅਸਲੀਅਤ। ਤੇ ਇਹ ਗੱਲ ਤੁਸੀਂ ਕਿਵੇਂ ਦੇਖਦੇ ਹੋ, ਕਿਉਂਕਿ ਤੁਹਾਨੂੰ ਇਸ ਦੇ ਬਾਰੇ ਬਹੁਤ ਜ਼ਿਆਦਾ ਨੌਲੇਜ ਹੈ, ਕਿੰਨਾ ਕੁ ਡੂੰਘਾ ਕ੍ਰਾਈਸਿਸ ਐਕਸਟੋਰਸ਼ਨ ਦਾ ਜੇ ਗੱਲ ਕਰੀਏ ਕਿ ਵੱਡੇ ਸਾਰੇ ਬਿਜ਼ਨਸਮੈਨ ਨੂੰ ਗੈਂਗਸਟਰ ਧਮਕੀਆਂ ਦੇ ਰਹੇ, ਆਏ ਦਿਨ ਧਮਕੀਆਂ ਆ ਰਹੀਆਂ ਨੇ, ਕਿੰਨੀ ਕੁ ਫ੍ਰੀਕੁਐਂਟਲੀ ਧਮਕੀਆਂ ਆ ਰਹੀਆਂ ਲੋਕਾਂ ਨੂੰ? ਦੇਖੋ ਜੀ, ਬਲਕੌਰ ਸਿੰਘ ਜੀ ਨੇ ਇਹ ਪੰਜਾਬ ਦੇ ਇੱਕ ਆਮ ਵਪਾਰੀ, ਇੱਕ ਆਮ ਟ੍ਰੇਡਰ, ਇੱਕ ਬਿਜ਼ਨਸਮੈਨ ਜੋ ਕਿ ਇਹਨਾਂ ਗੈਂਗਸਟਰਾਂ ਤੋਂ, ਆਰਗੇਨਾਈਜ਼ਡ ਕ੍ਰਾਈਮ ਤੋਂ ਤਰਸਤ ਹੈ, ਉਹਨਾਂ ਦੇ ਦਿਲ ਦੀ ਜਿਹੜੀ ਗੱਲ ਹੈ ਉਸ ਨੂੰ ਬਿਆਨਿਆ ਹੈ। ਮੈਂ ਤਾਂ ਖੈਰ ਗੱਲ ਸੁਣੀ ਨਹੀਂ, ਲੇਕਿਨ ਤੁਸੀਂ ਮੈਨੂੰ ਜਿਵੇਂ ਜ਼ਿਕਰ ਕੀਤਾ ਹੈ, ਪੂਰੀ ਮੈਂ ਗੱਲ ਉਹਨਾਂ ਦੀ ਸੁਣ ਨਹੀਂ ਪਾਇਆ, ਲੇਕਿਨ ਉਹਨਾਂ ਨੇ ਜ਼ਿਕਰ ਕੀਤਾ ਹੈ। ਸੋ ਉਹ ਬਿਲਕੁਲ ਠੀਕ ਕਹਿ ਰਹੇ ਨੇ ਕਿ ਇਸ ਤਰੀਕੇ ਦੀ ਹੈਲਪਲਾਈਨ ਜੇ ਤੁਸੀਂ ਅੱਜ ਪੰਜਾਬ ਦੇ ਵਿੱਚ ਜੋ ਗੋਇੰਦਵਾਲ ਸਾਹਿਬ ਜੇਲ੍ਹ ਦੇ ਵਿੱਚ ਹੋਇਆ, ਉਸ ਤੋਂ ਬਾਅਦ ਪੰਜਾਬ ਦੇ ਵਿੱਚ ਕਿਸੇ ਨੂੰ ਕੋਈ ਸ਼ੱਕ ਨਹੀਂ ਕਿ ਲਾਅ ਐਂਡ ਆਰਡਰ ਦੀ ਸਥਿਤੀ ਤੇ ਕੀ ਹਾਲ ਹੈ, ਉਹ ਵੀ ਉਸ ਵਕਤ ਜਦੋਂ ਕਿ ਜੇਲ੍ਹ ਦੀ ਕਰੜੀ ਸੁਰੱਖਿਆ, ਤੇ ਤੁਸੀਂ ਮੰਨੋ ਕਿ ਇਹ ਅਜਿਹੀ ਜੇਲ੍ਹ ਸੀ ਜਿਸ ਵਿੱਚ ਕਿ 1 ਦਰਜਨ ਜਿਹੜੇ ਸਿੱਧੂ ਮੂਸੇਵਾਲਾ ਦੇ ਜਿਹੜੇ ਕਾਤਲ ਜਾਂ ਉਸ ਕਤਲ ਦੇ ਕੇਸ ਦੇ ਵਿੱਚ ਜਿਹੜੇ ਮੁਲਜ਼ਮ ਸਨ ਉਹਨਾਂ ਨੂੰ ਰੱਖਿਆ ਗਿਆ ਹੋਵੇ। ਸੋ ਕਿੰਨੀ ਕਿ ਜੇਲ੍ਹ ਦੀ ਅਹਿਮੀਅਤ ਹੋ ਸਕਦੀ ਹੈ। ਸ਼ੂਟਰ ਉਸ ਦੇ ਵਿੱਚ ਰੱਖੇ ਗਏ ਨੇ, ਮਾਸਟਰਮਾਈਂਡ ਉਸ ਦੇ ਵਿੱਚ ਰੱਖੇ ਗਏ ਨੇ। ਸੋ ਉਸ ਜੇਲ੍ਹ ਦੇ ਵਿੱਚ ਜੇ ਦਿਨ ਦਹਾੜੇ ਇਸ ਤਰੀਕੇ ਦੇ ਕਤਲੋ ਗਾਰਤ ਹੋ ਰਹੀ ਹੈ, ਉਹ ਵੀ ਪੂਰਵ ਸੰਕੇਤਾਂ ਦੇ ਚੱਲਦਿਆਂ ਹੋਇਆਂ, ਤਾਂ ਤੁਸੀਂ ਲਾਅ ਐਂਡ ਆਰਡਰ ਦੀ ਸਥਿਤੀ ਦਾ ਅੰਦਾਜ਼ਾ ਲਾ ਸਕਦੇ ਹੋ। ਲੇਕਿਨ ਜਿਹੜੀ ਗੱਲ ਸਰਦਾਰ ਬਲਕੌਰ ਸਿੰਘ ਕਹਿ ਰਹੇ ਨੇ ਤੇ ਜੋ ਵਿਧਾਨ ਸਭਾ ਦੇ ਅੰਦਰ ਮੁੱਖ ਮੰਤਰੀ ਨੇ ਕੱਲ ਦਿਖਾਇਆ, ਮੈਂ ਉਹ ਵੀ ਰਿਲੇਟ ਕਰਨਾ ਚਾਹਾਂਗਾ ਕਿ ਅੰਦਰ ਕੀ ਚਰਚਾ ਚੱਲ ਰਹੀ ਹੈ। ਬਾਹਰ ਬਲਕੌਰ ਸਿੰਘ ਆਪਣਾ ਦੁਖੜਾ ਰੋ ਰਹੇ ਨੇ, ਆਪਣੇ ਬੇਟੇ ਦੀ ਕਤਲ ਦੇ ਇਨਸਾਫ ਦੇ ਵਿੱਚ ਇਨਸਾਫ ਦੀ ਗੱਲ ਕਰ ਰਹੇ ਨੇ, ਪੁਲਿਸ ਦੀ, ਸਰਕਾਰ ਦੀ ਕਾਰਵਾਈ ਤੋਂ ਉਹ ਸੰਤੁਸ਼ਟ ਨਹੀਂ ਹੈਗੇ ਨੇ। ਤੇ ਅੰਦਰ ਮੁੱਖ ਮੰਤਰੀ ਇੱਕ ਰਸਾਲਾ ਦਿਖਾ ਰਹੇ ਸੀ ਜੀ ਕਿ ਦੇਖੋ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਇੰਡੀਆ ਟੁਡੇ ਜਾਂ ਕੋਈ ਹੋਰ ਅਖਬਾਰ ਜਿਹੜਾ ਰਸਾਲਾ ਸੀ ਉਸ ਦਾ ਇੱਕ ਰਿਪੋਰਟ ਦਾ ਹਵਾਲਾ ਦਿੱਤਾ ਤੇ ਉਹ ਕਹਿੰਦੇ ਦੇਖੋ ਜੀ ਜਨਵਰੀ ਦੇ ਵਿੱਚ ਇਸੇ ਅਖਬਾਰ ਨੇ, ਇਸੇ ਰਸਾਲੇ ਨੇ ਸਾਨੂੰ ਦੂਜੇ ਨੰਬਰ ਦੇ ਲਾਅ ਐਂਡ ਆਰਡਰ ਦੇ ਵਿੱਚ ਗੁਜਰਾਤ ਤੋਂ ਬਾਅਦ ਸਟੇਟ ਦੱਸਿਆ, ਯਾਨੀ ਕਿ ਸਭ ਤੋਂ ਚੰਗਾ ਲਾਅ ਐਂਡ ਆਰਡਰ ਗੁਜਰਾਤ ਤੋਂ ਬਾਅਦ ਦੇਸ਼ ਦੇ ਵਿੱਚ ਪੰਜਾਬ ਦਾ ਹੈ। ਤੇ ਪੰਜਾਬ ਦੇ ਲੋਕਾਂ ਨੂੰ ਕੀ ਪਤਾ ਨਹੀਂ ਕਿ ਪੰਜਾਬ ਕੀ, ਉਹਦੇ ਲਈ ਇੰਡੀਆ ਟੁਡੇ ਜਾਂ ਕੋਈ ਹੋਰ ਰਸਾਲਾ ਪੜ੍ਹਨ ਦੀ ਲੋੜ ਹੈ? ਪੰਜਾਬ ਦੇ ਲੋਕਾਂ ਨੂੰ ਇਹ ਸਮਝਣ ਲਈ, ਜਾਣਨ ਲਈ ਕਿ ਪੰਜਾਬ ਦੀ ਸੜਕਾਂ ਦੇ ਉੱਤੇ ਹੋ ਕੀ ਰਿਹਾ, ਅਰਾਜਕਤਾ ਦਾ ਕੀ ਮਾਹੌਲ ਹੈ। ਸੋ ਇਹ ਬੜੀ ਇੱਕ ਵਿਚਿੱਤਰ ਜੀ ਗੱਲ ਹੈ ਕਿ ਵਿਧਾਨ ਸਭਾ ਦੇ ਅੰਦਰ ਜੋ ਅੰਕੜੇ ਮੁੱਖ ਮੰਤਰੀ ਦਰਸਾ ਰਹੇ ਨੇ, ਦਿਖਾ ਰਹੇ ਨੇ, ਉਹ ਬਿਲਕੁਲ ਇੱਕ ਵੱਖਰੀ ਕਹਾਣੀ ਹੈ ਤੇ ਬਾਹਰ ਉਹਨਾਂ ਦੇ ਇੱਕ ਅਜਿਹੇ ਸਿੰਗਰ ਦਾ, ਇੱਕ ਅਜਿਹੇ ਗਾਇਕ ਦਾ ਪਿਤਾ ਬੈਠਾ ਹੈ ਜੋ ਕਿ ਮੈਨੂੰ ਨਹੀਂ ਲੱਗਦਾ ਕਿ, ਦੇਖੋ ਇੱਕ ਸ਼ੱਕ ਦਾ ਵੱਡਾ ਕਾਰਨ ਹੈ। ਬਾਰ-ਬਾਰ ਜਿਹੜਾ ਜ਼ਿਕਰ ਸਰਦਾਰ ਬਲਕੌਰ ਸਿੰਘ ਨੇ ਕੀਤਾ, ਸਰਦਾਰ ਬਲਤੇਜ ਸਿੰਘ ਪੰਨੂ ਦਾ ਉਹਨਾਂ ਨੇ ਜ਼ਿਕਰ ਕੀਤਾ। ਬਲਤੇਜ ਪੰਨੂ ਜੋ ਕਿ ਮੁੱਖ ਮੰਤਰੀ ਦੇ ਡਾਇਰੈਕਟਰ ਹੈਗੇ ਨੇ, ਮੀਡੀਆ ਦੇ ਕਮਿਊਨੀਕੇਸ਼ਨਸ ਦੇ ਡਾਇਰੈਕਟਰ ਹੈਗੇ ਨੇ, ਉਹਨਾਂ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਦੇ ਵਿੱਚ ਉਹਨਾਂ ਦੀ ਇੱਕ ਬੜੀ ਵੱਡੀ
ਇਹ ਕਿਹਾ ਜਾਂਦਾ ਕਿ ਉਹਨਾਂ ਵੱਲੋਂ ਜਿਹੜੀ ਸੂਚਨਾ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਪਾਈ ਗਈ, ਉਸ ਤੋਂ ਬਾਅਦ ਇਹ ਜਿਹੜੀ ਲੀਕ ਹੋਈ ਸੁਰੱਖਿਆ ਦੀ ਜਾਣਕਾਰੀ, ਹੁਣ ਇੱਕ ਬੜੀ ਵੱਡੀ ਤੌਹਮਤ ਸੀ। ਇਸ ਨੂੰ ਸਰਕਾਰ ਨੇ ਐਡਰੈਸ ਨਹੀਂ ਕੀਤਾ। ਸਰਕਾਰ ਨੇ ਇੱਕ ਜੁਡੀਸ਼ੀਅਲ ਕਮਿਸ਼ਨ ਆਫ ਇਨਕੁਆਇਰੀ ਦਾ ਵਾਅਦਾ ਕੀਤਾ ਸੀ ਕਿ ਅਸੀਂ ਬਣਾਵਾਂਗੇ। ਹਾਈ ਕੋਰਟ ਦੇ ਸਿਟਿੰਗ ਜੱਜ, ਹਾਈ ਕੋਰਟ ਨੇ ਸਿਟਿੰਗ ਜੱਜ ਨਹੀਂ ਦਿੱਤਾ, ਲੇਕਿਨ ਕਿਸੇ ਰਿਟਾਇਰਡ ਜੱਜ ਤੋਂ ਵੀ ਜੁਡੀਸ਼ੀਅਲ ਕਮਿਸ਼ਨ ਨਹੀਂ ਬਣਾਇਆ ਗਿਆ। ਉਹ ਜੁਡੀਸ਼ੀਅਲ ਕਮਿਸ਼ਨ ਸਿਰਫ ਇਸ ਵਾਸਤੇ ਨਹੀਂ ਬਣਾਇਆ ਗਿਆ ਕਿਉਂਕਿ ਜੇ ਜੁਡੀਸ਼ੀਅਲ ਕਮਿਸ਼ਨ ਬਣਦਾ, ਪੂਰੇ ਮਾਮਲੇ ਦੀ ਪੜਤਾਲ ਕਰਦਾ, ਤੇ ਉਸ ਦੇ ਵਿੱਚ ਸਰਕਾਰ ਦੇ ਇਹਨਾਂ ਲੋਕਾਂ ਦੀ ਭੂਮਿਕਾ ਵੀ ਚਰਚਾਵਾਂ ਦੀ ਜਾਣੀ ਸੀ, ਚਾਹੇ ਉਹ ਬਲਤੇਜ ਪੰਨੂ ਹੁੰਦਾ, ਉਸ ਵਕਤ ਤਤਕਾਲੀ ਡੀਜੀਪੀ ਹੁੰਦੇ, ਜਾਂ ਜਿਹਨੇ ਵੀ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਹਟਾਈ ਸੀ। ਸੋ ਉਹ ਕਮਿਸ਼ਨ ਬਣੇ ਨਹੀਂ ਦਿੱਤਾ ਗਿਆ। ਅੱਜ ਸਿੱਧੂ ਮੂਸੇਵਾਲਾ, ਮੈਂ ਇਸ ਚੀਜ਼ ਨੂੰ ਕਈ ਮਹੀਨਿਆਂ ਤੋਂ ਕਹਿ ਰਿਹਾ ਕਿ ਸਿੱਧੂ ਮੂਸੇਵਾਲਾ ਦਾ ਕਤਲ ਕੇਸ ਇੱਕ ਅਜਿਹੀ ਕਨਸਪੀਰੇਸੀ ਹੈ। ਹੁਣ ਕੁਲਦੀਪ ਸਿੰਘ ਧਾਲੀਵਾਲ ਇਹ ਤਾਂ ਕਹਿ ਕੇ ਚਲੇ ਗਏ ਨੇ ਕਿ ਜੀ ਸੀਬੀਆਈ ਇਨਕੁਆਇਰੀ ਦੀ ਕੀ ਲੋੜ ਹੈ, ਸਾਡੀ ਪੁਲਿਸ ਸਮਰੱਥ ਹੈ, ਸਾਡੀ ਪੁਲਿਸ ਨੇ 2 ਗੈਂਗਸਟਰਾਂ ਦੇ ਐਨਕਾਊਂਟਰ ਕੀਤੇ, 29 ਬੰਦੇ ਸੀ, ਫੜ ਲਏ, 5 ਬਾਹਰ ਰਹਿ ਗਏ ਹੈਗੇ ਨੇ, ਛੇਤੀ ਫੜ ਲਿਆਵਾਂਗੇ। ਸਾਰੀਆਂ ਗੱਲਾਂ ਬਾਤਾਂ ਠੀਕ ਨੇ, ਲੇਕਿਨ ਇੱਕ ਅਜਿਹੀ ਇੰਟਰਨੈਸ਼ਨਲ ਕਨਸਪੀਰੇਸੀ ਹੈ ਜਿਸ ਦੀ ਜਾਂਚ ਜਾਂ ਤਾਂ ਸੀਬੀਆਈ ਨੂੰ ਦਿੱਤੀ ਜਾਣੀ ਚਾਹੀਦੀ ਸੀ, ਜਾਂ ਇਸ ਮਾਮਲੇ ਦੀ ਜਿਹੜੀ ਹੱਤਿਆ ਦੀ ਸਾਜ਼ਿਸ਼ ਸੀ ਉਸ ਦੇ ਉੱਤੇ ਇੱਕ ਹਾਈ ਲੈਵਲ ਜੁਡੀਸ਼ੀਅਲ ਪ੍ਰੋਬ ਹੁੰਦੀ। ਹੁਣ ਤੁਸੀਂ ਦੇਖੋ ਵੀ ਇੱਕ ਜੇਲ੍ਹ ਦੀ ਕੋਈ ਘਟਨਾ ਹੋ ਜਾਂਦੀ ਹੈ, ਕੋਈ ਵੀ ਛੋਟੀ ਮੋਟੀ ਘਟਨਾ ਇੱਧਰ ਉੱਧਰ ਹੋ ਜਾਂਦੀ ਹੈ, ਉਹਦੀ ਇੱਕ ਜੁਡੀਸ਼ੀਅਲ ਪ੍ਰੋਬ ਨੈਸੈਸਰੀਲੀ ਆਰਡਰ ਕਰਤੀ ਜਾਂਦੀ ਹੈ, ਲੇਕਿਨ ਇਸ ਵੱਡੇ ਕੇਸ ਦੇ ਵਿੱਚ ਉਹ ਪ੍ਰੋਬ ਆਰਡਰ ਨਹੀਂ ਕੀਤੀ ਗਈ। ਮੈਂ ਬਾਰ-ਬਾਰ ਇਹ ਸਵਾਲ ਚੁੱਕਦਾ ਰਿਹਾ ਕਿ ਕੀ ਇਕੱਲੀ ਮਾਨਸਾ ਪੁਲਿਸ, ਇਹ ਨਹੀਂ ਕਿ ਉਹਦੇ ਅਫਸਰਾਂ ਦੇ ਵਿੱਚ ਕਾਬਲੀਅਤ ਨਹੀਂ ਹੈ, ਮਾਨਸਾ ਪੁਲਿਸ ਨੇ ਆਪਣਾ ਕੰਮ ਜਿੰਨਾ ਕੋ ਕਰ ਸਕਦੀ ਸੀ ਕੀਤਾ, ਪੰਜਾਬ ਦੀ ਏਜੀਟੀ ਪੰਜਾਬ ਪੁਲਿਸ ਨੇ ਵੀ ਚੰਗਾ ਕੰਮ ਕੀਤਾ, ਲੇਕਿਨ ਇਹ ਇੱਕ ਅਜਿਹੀ ਇੰਟਰਨੈਸ਼ਨਲ ਕਨਸਪੀਰੇਸੀ ਸੀ ਜਿਸ ਦੀ ਸਾਜ਼ਿਸ਼ ਵਿਦੇਸ਼ੋਂ ਬੈਠ ਕੇ, 7 ਸਮੁੰਦਰੋਂ ਪਾਰ ਬੈਠ ਕੇ ਬਣਾਈ ਗਈ ਸੀ। ਪਤਾ ਲੱਗ ਜਾਂਦਾ ਕਿ ਸੀਬੀਆਈ ਕਿੰਨੀ ਕੁ ਜੋਗੀ ਹੈਗੀ ਹੈ। ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਤੁਸੀਂ ਕੇਸ ਦਿੰਦੇ, ਕੇਂਦਰ ਸਰਕਾਰ ਦੇ ਇਹ ਪਾਲੇ ਦੇ ਵਿੱਚ ਗੇਂਦ ਹੋਣੀ ਚਾਹੀਦੀ ਸੀਗੀ, ਇਹ ਇਸ ਚੀਜ਼ ਲਈ ਪਾਬੰਦ ਹੋਣਾ ਚਾਹੀਦਾ। ਕੋਈ ਛੋਟਾ ਮੋਟਾ ਕੇਸ ਨਹੀਂ ਸੀ। ਉਹਨਾਂ ਨੇ ਮੁਹਿੰਮ ਵੀ ਚਲਾਈ ਹੋਈ ਹੈ ਵੀ ਜਿਹੜੇ ਅਕਿਊਜ਼ ਨੇ ਕੇਸਾਂ ਦੇ ਅੰਦਰ, ਤ੍ਰਿਸ਼ੂਲ ਮੁਹਿੰਮ ਉਹਨਾਂ ਨੇ ਚਲਾਈ ਹੋਈ ਹੈ। ਜਿਹੜੇ ਨੇ ਫਰਾਡ ਕੀਤਾ ਜਾਂ ਹੋਰ ਕੁਝ ਕੀਤਾ, ਬਾਹਰੋਂ ਏਜੰਸੀਆਂ ਜਿਹੜੀਆਂ ਕੇਂਦਰ ਦੀਆਂ ਹੈਗੀਆਂ ਉਹ ਬਾਹਰੋਂ ਬੰਦਿਆਂ ਨੂੰ ਫੜ ਕੇ ਲੈ ਕੇ ਆ ਰਹੀਆਂ ਨੇ। ਉਹਨਾਂ ਨੇ ਹੁਣੀ ਮੁਹਿੰਮ ਚਲਾਈ ਹੈ ਵੀ ਤ੍ਰਿਸ਼ੂਲ, ਜਿਹੜੇ ਬੰਦੇ ਵੀ ਬਾਹਰ ਅਕਿਊਜ਼ ਨੇ ਇੰਡੀਆ ਦੇ ਕੇਸਿਸ ਦੇ ਅੰਦਰ, ਉਹਨੂੰ ਬਾਹਰੋਂ ਲੈ ਕੇ ਆਵਾਂਗੇ। ਮੈਂ ਤੁਹਾਨੂੰ ਉਹੀ ਗੱਲ ਕਹਿ ਰਿਹਾ ਕਿ ਇਸ ਮਾਮਲੇ ਦੇ ਵਿੱਚ ਕਿਉਂ ਇਹ ਕੋਈ ਈਗੋ ਦਾ ਇਸ਼ੂ ਨਹੀਂ ਹੋਣਾ ਚਾਹੀਦਾ ਸੀ। ਉਲਟਾ ਇਸ ਮਾਮਲੇ ਦੇ ਵਿੱਚ ਦੇਖੋ ਟ੍ਰੈਜੇਡੀ ਹੈ ਸਾਡੇ ਪੰਜਾਬ ਦੇ ਸਾਰੇ ਪੋਲੀਟੀਸ਼ੀਅਨ ਦੀ। ਪਹਿਲਾਂ ਬੇਅਦਬੀ ਦੇ ਮਾਮਲੇ ਸੀਬੀਆਈ ਨੂੰ ਭੇਜਦੇ ਗਏ, ਜਦੋਂ ਸੀਬੀਆਈ ਕੋਲ ਚਲੇ ਗਏ ਫਿਰ ਕਹਿੰਦੇ ਜੀ ਸੀਬੀਆਈ ਠੀਕ ਨਹੀਂ ਜਾਂਚ ਕਰਦੀ, ਵਾਪਸ ਮੰਗਾ ਲਓ। ਇਸ ਕੇਸ ਦੇ ਵਿੱਚ ਹੁਣ ਅੱਜ ਸਿੱਧੂ ਮੂਸੇਵਾਲਾ ਦੇ ਪਿਤਾ, ਪਹਿਲਾਂ ਵੀ ਇਹਨਾਂ ਨੇ ਮੰਗ ਕੀਤੀ ਸੀ, ਇੱਕ ਹੱਥ ਦੇ ਨਾਲ ਲਿਖੀ ਹੋਈ ਇਹਨਾਂ ਨੇ ਚਿੱਠੀ, ਮੈਨੂੰ ਜਿੱਥੇ ਤੱਕ ਜੇ ਮੈਂ ਗਲਤ ਨਹੀਂ ਹਾਂ ਉਸ ਵਕਤ ਹੋਮ ਮਿਨਿਸਟਰ ਨੂੰ ਵੀ ਦਿੱਤੀ ਸੀ, ਜਿਸ ਵਿੱਚ ਇਹਨਾਂ ਨੇ ਕਿਹਾ ਸੀ ਕਿ ਸੀਬੀਆਈ ਦੀ ਇਨਕੁਆਇਰੀ ਦੀ ਮੰਗ ਹੋਣੀ ਚਾਹੀਦੀ ਹੈ। ਸੋ ਉਸ ਕਿਸਮ ਦੀ ਇਨਕੁਆਇਰੀ ਦੀ ਮੰਗ ਨਹੀਂ ਹੋਈ। ਅੱਜ 9 ਮਹੀਨੇ ਬਾਅਦ ਜੇ ਬਰਨਾਲਾ ਉੱਥੇ ਦਾ ਉੱਥੇ ਖੜਾ ਹੈ, ਤਾਂ ਫਿਰ ਆਪਾਂ ਨੂੰ ਸਮਝਣ ਦੀ ਤਾਂ ਲੋੜ ਹੈ ਹੀ ਹੈ ਕਿ ਇਸ ਮਾਮਲੇ ਦੀ ਪੜਤਾਲ ਕਿੱਥੇ ਪਹੁੰਚੀ ਹੈ। ਘੱਟੋ ਘੱਟ ਦੇਖੋ, ਮੈਂ ਇਹ ਤਾਂ ਨਹੀਂ ਕਹਿੰਦਾ ਕਿ ਜੋ ਸਰਦਾਰ ਬਲਕੌਰ ਸਿੰਘ ਕਹਿ ਰਹੇ ਨੇ ਆਪਾਂ ਉਸ ਨੂੰ ਪੂਰਾ ਫੇਸ ਵੈਲਿਊ ਤੇ ਲੈ ਕੇ ਚੱਲੀਏ। ਉਹ ਪ੍ਰਭਾਵਿਤ ਤੇ ਇੱਕ ਪੀੜਿਤ ਪੱਖ ਨੇ, ਉਹਨਾਂ ਦਾ ਦਰਦ ਆਪਾਂ ਸਮਝ ਸਕਦੇ ਹਾਂ, ਲੇਕਿਨ ਉਹਨਾਂ ਦੀ ਗੱਲਾਂ ਬਾਤਾਂ ਦੇ ਵਿੱਚ ਤਰਕ ਕਿੰਨਾ ਹੈ, ਇਸ ਨੂੰ ਸਾਨੂੰ ਵੀ ਵੇਖ ਕਰਨਾ ਪੈਣਾ, ਕੁਆਲੀਫਾਈ ਕਰਨਾ ਪੈਣਾ। ਸੋ ਇੱਕ ਪ੍ਰਭਾਵਿਤ ਪੱਖ ਹੋਣ ਦੇ ਨਾਤੇ ਉਹਨਾਂ ਦੀ ਗੱਲ ਨੂੰ ਆਪਾਂ 1 ਮਿੰਟ ਲਈ ਸੈਪਰੇਟਲੀ ਰੱਖਦੇ ਹਾਂ, ਲੇਕਿਨ ਇਹ ਤਾਂ ਇੱਕ ਫੈਕਟ ਹੈ ਕਿ ਇੱਕ ਨਿਰਪੱਖ ਜਾਂਚ ਜਾਂ ਫਿਰ ਘੱਟੋ ਘੱਟ ਉਹਨਾਂ ਦੇ ਨਾਲ ਇੱਕ ਰਾਬਤਾ ਤਾਂ ਕੰਟੀਨਿਊ ਰੱਖੇ। ਕੀ ਗੱਲ ਹੈ ਕਿ ਇੱਕ ਮੁੱਖ ਮੰਤਰੀ ਦੇ ਨਾਲ ਮੀਟਿੰਗ ਕਰਨ ਲਈ ਵੀ ਉਹਨਾਂ ਨੂੰ ਇੱਕ ਧਰਨਾ ਮਾਰਨਾ ਪੈ ਰਿਹਾ। ਹੁਣ ਗੱਲ ਕਿੱਥੇ ਜਾ ਕੇ ਨਿਬੜੀ? ਇਹ ਨਿਬੜੀ ਹੈ ਨਾ ਕਿ 20 ਤਰੀਕ ਤੋਂ ਬਾਅਦ ਮੁੱਖ ਮੰਤਰੀ ਦੇ ਨਾਲ ਇੱਕ ਮੀਟਿੰਗ ਹੋ ਜਾਏਗੀ, ਤੇ ਹੋਰ ਤਾਂ ਕੋਈ ਭਰੋਸਾ ਨਹੀਂ ਦਵਾਇਆ ਜਿਹੜਾ ਸਰਦਾਰ ਬਲਕੌਰ ਸਿੰਘ ਨੇ ਧਰਨਾ ਚੁੱਕਤਾ ਹੈ। ਸੋ ਕੀ ਸਿਰਫ ਮੁੱਖ ਮੰਤਰੀ ਦੇ ਨਾਲ ਮੁਲਾਕਾਤ ਹੀ ਇੱਕ ਕਾਰਨ ਸੀ ਜਿਸ ਕਰਕੇ ਪਰਿਵਾਰ ਨਾਲ ਉਹ ਐਕਸੈਸ ਨਹੀਂ ਸੀ ਹੋ ਪਾ ਰਿਹਾ? ਮੈਨੂੰ ਨਹੀਂ ਲੱਗਦਾ ਇਹ ਗੱਲਬਾਤ ਹੈ। ਪਰਿਵਾਰ ਨੂੰ ਤਾਂ ਦੁੱਖ ਇਸ ਚੀਜ਼ ਦਾ ਹੈਗਾ ਕਿ ਜਿਹੜੇ ਲੋਕ ਉਸ ਸੁਰੱਖਿਆ ਦੀ ਜਾਣਕਾਰੀ ਦੇ ਲੀਕ ਦੇ ਸੰਦਰਭ ਦੇ ਵਿੱਚ ਸਰਕਾਰੀ ਅਹੁਦਿਆਂ ਤੇ ਅੱਜ ਬੈਠੇ ਨੇ, ਅੱਜ ਉਹਨਾਂ ਤੇ ਕੀ ਕਾਰਵਾਈ ਹੋਈ ਹੈ? ਕੋਈ ਕਾਰਵਾਈ ਨਹੀਂ ਹੋਈ। ਇਹ ਚੀਜ਼ ਕਿਸ ਦੇ ਡੋਮੇਨ ਦੇ ਵਿੱਚ ਹੈ? ਜੇ ਤੁਸੀਂ ਪੁਲਿਸ ਤੋਂ ਗੱਲ ਕਰੋਗੇ, ਪੁਲਿਸ ਕਹੇਗੀ ਕਿ ਜੀ ਬਲਤੇਜ ਪੰਨੂ ਜਾਂ ਕਿਸੇ ਦੇ ਖਿਲਾਫ ਵੀ ਕਾਰਵਾਈ ਕਰਨਾ ਉਹਨਾਂ ਦੇ ਡੋਮੇਨ ਦੇ ਵਿੱਚ ਨਹੀਂ ਹੈ। ਕੱਲ ਪੁੱਛਿਆ ਗਿਆ ਮਾਨਸਾ ਦੇ ਐਸਐਸਪੀ ਨਾਨਕ ਸਿੰਘ ਤੋਂ, ਪੁੱਛਿਆ ਗਿਆ ਕਿ ਬਲਤੇਜ ਸਿੰਘ ਪੰਨੂ ਦਾ ਜ਼ਿਕਰ ਕੀਤਾ ਗਿਆ, ਤਾਂ ਉਹ ਕਹਿੰਦੇ ਵੀ ਜੇ ਕੋਈ ਵੀ ਇਸ ਕੇਸ ਦੇ ਵਿੱਚ ਹੋਏਗਾ ਅਸੀਂ ਉਹਨੂੰ ਜ਼ਰੂਰ ਉਸ ਤੋਂ ਪੁੱਛਗਿੱਛ ਕਰਾਂਗੇ, ਆਪਣੀ ਪੜਤਾਲ ਕਰਾਂਗੇ। ਲੇਕਿਨ ਅਸੀਂ ਸਾਰੇ ਜਾਣਦੇ ਹਾਂ ਕਿ ਇਹ ਡੋਮੇਨ ਹੀ ਨਹੀਂ ਹੈ। ਇਹ ਡੋਮੇਨ ਕਿਸ ਚੀਜ਼ ਦਾ ਸੀ? ਡੋਮੇਨ ਸੀ ਇੱਕ ਹਾਈ ਲੈਵਲ ਜੁਡੀਸ਼ੀਅਲ ਪ੍ਰੋਬ ਦਾ। ਮੈਂ ਨਹੀਂ ਕਹਿੰਦਾ ਕਿ ਜੁਡੀਸ਼ੀਅਲ ਪ੍ਰੋਬਸ ਜਾਂ ਪਹਿਲੇ ਜਿਹੜੀਆਂ ਨਿਆਇਕ ਪੜਤਾਲਾਂ ਹੁੰਦੀਆਂ ਨੇ ਉਹਨਾਂ ਦੇ ਨਾਲ ਬਹੁਤ ਕੁਝ ਨਿਕਲ ਕੇ ਆਉਂਦਾ ਹੈ, ਲੇਕਿਨ ਇਤਿਹਾਸ ਗਵਾਹ ਹੈ ਕਿ ਬਹੁਤ ਕੁਝ ਨਿਕਲ ਕੇ ਆਉਂਦਾ ਵੀ ਹੈ। ਨਕੋਦਰ ਦੀਆਂ ਜਿਹੜੇ ਬੇਅਦਬੀ ਦੀਆਂ ਘਟਨਾ ਹੋਈਆਂ ਉਸ ਦੇ ਵਿੱਚ ਜਸਟਿਸ ਗੁਰਨਾਮ ਸਿੰਘ ਦੀ ਰਿਪੋਰਟ ਲਗਾ ਲਈਏ, ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਲਗਾ ਲਈਏ, ਹੋਰ ਜਿੰਨੀਆਂ ਵੀ ਜੁਡੀਸ਼ੀਅਲ ਕਮਿਸ਼ਨਸ ਪੰਜਾਬ ਦੇ ਵਿੱਚ ਸਮੇਂ-ਸਮੇਂ ਦੇ ਉੱਤੇ ਬਣਦੇ ਰਹੇ ਨੇ, ਕੁਛ ਨਾ ਕੁਛ ਨਵੇਂ ਤੱਥ ਉਹਨਾਂ ਨੇ ਕੱਢੇ ਜ਼ਰੂਰ ਨੇ, ਕੋਈ ਨਾ ਕੋਈ ਚੀਜ਼ਾਂ ਪਬਲਿਕ ਡੋਮੇਨ ਦੇ ਵਿੱਚ ਆਈਆਂ ਜ਼ਰੂਰ ਨੇ, ਜਿਨ੍ਹਾਂ ਤੋਂ ਬਾਅਦ ਇੱਕ ਬੇਸ ਤਿਆਰ ਹੋਇਆ ਪਿਆ। ਠੀਕ ਹੈ, ਸਰਕਾਰਾਂ ਨੇ ਕਾਰਵਾਈ ਕੀਤੀ ਜਾਂ ਨਹੀਂ ਕੀਤੀ, ਲੇਕਿਨ ਇੱਕ ਦਾਇਰਾ ਜ਼ਰੂਰ ਹੁੰਦਾ ਵੀ ਤੁਸੀਂ ਕਿਹੜੀ ਪੜਤਾਲ ਕਰਨੀ ਹੈ। ਅੱਜ ਪੰਜਾਬ ਦੇ ਵਿੱਚ ਮੈਂ ਪਿਛਲੇ ਕਿੰਨੇ ਮਹੀਨਿਆਂ ਤੋਂ ਆਵਾਜ਼ ਚੁੱਕਦਾ ਪਿਆ ਹੈ ਕਿ ਉਹ ਕਿੱਥੇ ਗਈ ਭਗਵੰਤ ਮਾਨ ਦੀ ਐਲਾਨ ਕੀਤੀ ਗਈ ਨਿਆਇਕ ਕਮਿਸ਼ਨ? ਵੇਅਰ ਇਜ਼ ਦੈਟ ਜੁਡੀਸ਼ੀਅਲ ਕਮਿਸ਼ਨ? ਇਹ ਕ੍ਰਿਮੀਨਲ ਜਿਹੜਾ ਕੇਸ ਸੀ, ਜਿਵੇਂ ਕਿਸੇ ਛੋਟੇ-ਮੋਟੇ ਇੱਕ ਗੈਂਗ ਨੇ ਰਲ ਕੇ ਇੱਕ ਸਿੰਗਰ ਨੂੰ ਮਾਰਤਾ, ਇਹ ਮਾਮਲਾ ਉੱਥੇ ਤੱਕ ਰਲਿਆ ਹੋਇਆ ਨਹੀਂ ਸੀ। ਜੇ ਮਾਮਲੇ ਦੇ ਪਿੱਛੇ ਤੁਸੀਂ ਬਹੁਤ ਵੱਡੀ ਸਾਜ਼ਿਸ਼ ਦੀ ਗੱਲ ਕਰਦੇ ਹੋ, ਅੱਜ ਜੇ ਉਹਨਾਂ ਸਾਜ਼ਿਸ਼ ਘਾੜਿਆਂ ਨੂੰ ਤੁਸੀਂ ਅਮਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ ਜਾਂ ਕਿਸੇ ਵੀ ਦੁਨੀਆ ਦੇ ਮੁਲਕ ਦੇ ਵਿੱਚ ਟ੍ਰੇਸ ਕਰਨਾ ਚਾਹੁੰਦੇ ਹੋ, ਤਾਂ ਕੀ ਤੁਹਾਨੂੰ ਲੱਗਦਾ ਕਿ ਪੰਜਾਬ ਪੁਲਿਸ ਕੈਨ ਡੂ ਇਟ?
ਔਰ ਡੋਂਟ ਯੂ ਥਿੰਕ ਕਿ ਤੁਹਾਨੂੰ ਸੈਂਟਰਲ ਏਜੰਸੀਜ਼ ਦੀ ਇਨਫੈਕਟ ਇਸ ਮਾਮਲੇ ਦੀ ਪੂਰੀ ਪੜਤਾਲ ਹੀ ਸੀਬੀਆਈ ਨੂੰ ਕਿਉਂ ਨਹੀਂ ਦੇ ਦਿੱਤੀ ਗਈ ਜਾਂ ਦੇ ਦਿੱਤੀ ਜਾਂਦੀ? ਇਸ ਸਟੇਜ ਦੇ ਉੱਤੇ ਵੀ ਇਸ ਬਾਰੇ ਸੋਚਣਾ ਕੋਈ ਦੇਰੀ ਨਹੀਂ ਹੋਏਗੀ। ਤੇ ਮੈਨੂੰ ਲੱਗਦਾ ਆਪਣਾ ਆਪਣਾ ਅਕਸ ਸਾਫ ਸੁਥਰਾ ਸਾਬਤ ਕਰਨ ਲਈ ਜੇ ਮੁੱਖ ਮੰਤਰੀ ਪੰਜਾਬ ਸਰਕਾਰ ਇਹ ਫੈਸਲਾ ਲੈ ਲਵੇ, ਮੈਨੂੰ ਲੱਗਦਾ ਕਿ ਸਭ ਦੇ ਇੰਟਰਸਟ ਵਿੱਚ ਹੋਏਗਾ ਐਂਡ ਸੀਬੀਆਈ ਇਜ਼ ਦ ਰਾਈਟ ਏਜੰਸੀ ਵਿਚ ਕੈਨ ਐਕਚੁਅਲੀ ਪ੍ਰੋਬ ਸਿੱਧੂ ਮੂਸੇਵਾਲਾ ਮਰਡਰ ਕੇਸ। ਜੀ, ਤੇ ਜੇ ਐਕਸਟੋਰਸ਼ਨ ਦੀ ਗੱਲ ਕਰੀਏ, ਕਿੰਨਾ ਕੁ ਡੂੰਘਾ ਇਹ ਮਸਲਾ ਹੈਗਾ? ਕਿੰਨੇ ਕੁ ਲੋਕਾਂ ਨੂੰ ਤੁਸੀਂ ਮੰਨਦੇ ਹੋ ਵੀ ਤੁਹਾਡੇ ਤੋਂ ਬੈਟਰ ਇਸ ਚੀਜ਼ ਨੂੰ ਕੋਈ ਨਹੀਂ ਜਾਣ ਸਕਦਾ ਵੀ ਕਿੰਨੀ ਕੁ ਜ਼ਿਆਦਾ ਐਕਸਟੋਰਸ਼ਨ ਕਾਲਿੰਗ ਹੋ ਰਹੀ ਹੈ ਗੈਂਗਸਟਰਸ ਵੱਲੋਂ? ਐਕਸਟੋਰਸ਼ਨ ਦੀ ਪੋਜੀਸ਼ਨ ਤਾਂ ਤੁਹਾਡੇ ਸਾਹਮਣੇ ਬੜੀ ਕਲੀਅਰ ਹੈ ਕਿ ਜਿਹੜੇ ਗੈਂਗਸਟਰ ਹੈਗੇ ਨੇ ਲਖਵੀਰ ਸਿੰਘ ਲੰਡਾ ਹਰੀਕੇ, ਅਰਸ਼ ਡਾਲਾ, ਟੂ ਐਨ ਐਕਸਟੈਂਟ ਸੁੱਖਾ ਤੁਨੇਕੇ ਤੇ ਹੋਰ ਵੀ ਕਈ ਗੈਂਗਸਟਰ ਹੋਣਗੇ, ਲਾਰੈਂਸ ਬਿਸ਼ਨੋਈ ਸਭ ਤੋਂ ਵੱਡਾ ਤਾਂ ਲਾਰੈਂਸ ਬਿਸ਼ਨੋਈ ਗੋਲਡੀ ਬਰਾੜ ਦਾ ਗੈਂਗ, ਇਹ ਐਕਸਟੋਰਸ਼ਨ ਲਗਾਤਾਰ ਲੈ ਰਹੇ ਨੇ, ਵਸੂਲ ਕਰ ਰਹੇ ਨੇ। ਪਬਲਿਕ ਡੋਮੇਨ ਦੇ ਵਿੱਚ ਕਿੰਨੀਆਂ ਸ਼ਿਕਾਇਤਾਂ ਆਉਂਦੀਆਂ ਨੇ ਤੇ ਆਣੀਆਂ ਚਾਹੀਦੀਆਂ ਵੀ ਨਹੀਂ, ਕਿਉਂਕਿ ਜੇ ਲੋਕ ਪੁਲਿਸ ਕੋਲ ਜਾਣਗੇ, ਪੁਲਿਸ ਪਬਲਿਕ ਕੋਲ ਜਾਵੇ ਜਾਂ ਉਹ ਪਬਲਿਕ ਕੋਲ ਡਾਇਰੈਕਟਲੀ ਚਲੇ ਜਾਣ ਤਾਂ ਲੋਕਾਂ ਦੀ ਜ਼ਿੰਦਗੀਆਂ ਨੂੰ ਖਤਰੇ ਹੈ। ਸੋ ਉਹ ਜਾਣਕਾਰੀਆਂ ਤਾਂ ਕਦੇ ਪਬਲਿਕ ਡੋਮੇਨ ਦੇ ਵਿੱਚ ਆਣਗੀਆਂ ਨਹੀਂ। ਸੋ ਸਾਡੇ ਲਈ ਇਹ ਚੀਜ਼ ਨੂੰ ਫਲੈਗ ਕਰਨਾ ਬੜਾ ਜ਼ਰੂਰੀ ਹੈ ਕਿ ਪੰਜਾਬ ਦੇ ਵਿੱਚ ਲਗਾਤਾਰ ਐਕਸਟੋਰਸ਼ਨ ਦਾ ਜਿਹੜਾ ਪੂਰਾ ਦਾ ਪੂਰਾ ਸਿਸਟਮ ਹੈ, ਨੈਟਵਰਕ ਹੈ, ਤੇ ਇਕੱਲੇ ਵੱਡੇ ਗੈਂਗਸਟਰ ਹੀ ਨਹੀਂ ਨੇ ਬਲਕਿ ਛੋਟੇ-ਮੋਟੇ ਜਿਹੜੇ ਗੈਂਗਸਟਰ ਹੈਗੇ ਨੇ ਉਹ ਵੀ ਇਸ ਤਰੀਕੇ ਦੀਆਂ ਚੀਜ਼ਾਂ ਨੂੰ ਕਰ ਰਹੇ ਨੇ ਤੇ ਵੱਡੇ ਗੈਂਗਸਟਰਾਂ ਦੇ ਨਾਂ ਦੇ ਉੱਤੇ ਵੀ ਬਹੁਤ ਐਕਸਟੋਰਸ਼ਨ ਹੋ ਰਹੀ ਹੈ। ਸੋ ਜੇ ਬਲਕਾਰ ਸਿੱਧੂ ਸਾਹਿਬ ਨੇ ਇਹ ਇਸ਼ੂ ਨੂੰ ਚੁੱਕਿਆ ਹੈ ਤਾਂ ਇਹ ਬਲਕੌਰ ਜੀ ਨੇ, ਤੇ ਇਹ ਬਹੁਤ ਵੱਡਾ ਇੱਕ ਇਸ਼ੂ ਵੀ ਹੈ ਤੇ ਇਹ ਉਹੀ ਤਰਜਮਾਨੀ ਕਰਨ ਵਾਲੀ ਗੱਲਬਾਤ ਹੈ ਕਿ ਲੋਕਾਂ ਦੀ ਗੱਲ ਹੋਰ ਤਾਂ ਕੋਈ ਕਰਨ ਨੂੰ ਸੁਣਨ ਨੂੰ, ਜਿਹੜਾ ਮੁੱਖ ਮੰਤਰੀ ਵਿਧਾਨ ਸਭਾ ਦੇ ਵਿੱਚ ਬੈਠ ਕੇ ਇੱਕ ਰਸਾਲੇ ਦੇ ਅੰਕੜੇ ਦੱਸ ਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਮੇਰੇ ਸੂਬੇ ਦੇ ਵਿੱਚ ਲਾਅ ਐਂਡ ਆਰਡਰ ਪੰਜਾਬ ਦੇਸ਼ ਦੇ ਵਿੱਚ ਗੁਜਰਾਤ ਤੋਂ ਬਾਅਦ ਸਭ ਤੋਂ ਬਿਹਤਰ ਹੈ। ਆਪਾਂ ਕੀ ਐਕਸਪੈਕਟ ਕਰ ਸਕਦੇ ਹਾਂ ਕਿ ਤੁਸੀਂ ਮੰਨਣਾ ਨਹੀਂ ਚਾਹ ਰਹੇ ਹੋ? ਤੁਹਾਡੀ ਗੋਇੰਦਵਾਲ ਸਾਹਿਬ ਦੀ ਜੇਲ੍ਹ ਦੇ ਵਿੱਚ ਗੈਂਗਸਟਰ ਇੱਕ ਦੂਸਰੇ ਦੇ ਕਤਲ ਕਰਦੇ ਨੇ ਤਾਂ ਤੁਸੀਂ ਹਵਾਲਾ ਦੇ ਰਹੇ ਹੋ ਵੀ ਅਕਾਲੀਆਂ ਦੀ ਸਰਕਾਰ 2016 ਦੇ ਵਿੱਚ ਸੀ, ਉਸ ਵਕਤ ਨਾਭੇ ਦੀ ਜੇਲ੍ਹ ਬ੍ਰੇਕ ਹੋਈ ਸੀ। ਬਿਲਕੁਲ ਉਹ ਇੱਕ ਬਹੁਤ ਧੜੱਲੇਦਾਰ ਕਹਿ ਲਈਏ ਕਿ ਬਹੁਤ ਹੀ ਦਿਨ ਦਹਾੜੇ ਜੇਲ੍ਹ ਦੇ ਵਿੱਚ ਆ ਕੇ ਗੁੰਡਾਗਰਦੀ ਦਾ ਇੱਕ ਅਜਿਹਾ ਮੁਜ਼ਾਹਰਾ ਕੀਤਾ ਸੀ ਗੈਂਗਸਟਰਾਂ ਨੇ, ਸ਼ਰੇਆਮ ਆ ਕੇ ਉਹ ਛੁਡਾ ਕੇ ਲੈ ਗਏ ਸੀ ਤੇ ਪੂਰੀ ਦੀ ਪੂਰੀ ਪੰਜਾਬ ਦੀ ਜਿਹੜੀ ਕਾਨੂੰਨ ਵਿਵਸਥਾ ਹੈ ਉਸਦੀ ਪੋਲ ਪੱਟੀ ਖੋਲ ਕੇ ਰੱਖਦੀ ਸੀ। ਅਕਾਲੀ ਦਲ ਦੇ ਸਮੇਂ ਦੀ ਗੱਲ ਹੈ, ਬਿਲਕੁਲ ਠੀਕ ਮੁੱਖ ਮੰਤਰੀ ਕਹਿ ਰਹੇ ਨੇ, ਲੇਕਿਨ ਇਸਦਾ ਮਤਲਬ ਇਹ ਨਹੀਂ ਜੇ ਅਕਾਲੀ ਦਲ ਦੀਆਂ ਸਰਕਾਰਾਂ ਦੇ ਵੇਲੇ ਨਾਭੇ ਵਰਗੀਆਂ ਜੇਲ੍ਹਾਂ ਨੂੰ ਤੋੜ ਕੇ ਕੈਦੀ ਉੱਥੋਂ ਬੰਦੇ ਭਜਾਉਂਦੇ ਰਹੇ ਤਾਂ ਉਹੀ ਚੀਜ਼ਾਂ ਹੁਣ ਸਰਕਾਰ ਦੇ ਸਮਿਆਂ ਦੇ ਵਿੱਚ ਹੋਣ, ਗੋਇੰਦਵਾਲ ਸਾਹਿਬ ਜੇਲ੍ਹ ਦੇ ਵਿੱਚ ਕਤਲ ਹੋਣ, ਹੋਰ ਜੇਲ੍ਹਾਂ ਦੇ ਵਿੱਚ ਲੜਾਈ ਝਗੜੇ ਹੋਣ, ਐਕਸਟੋਰਸ਼ਨਾਂ ਹੋਣ, ਫਿਰੌਤੀਆਂ ਹੋਣ, ਲੋਕਾਂ ਨੂੰ ਦਿਨ ਦਹਾੜੇ ਪੁਲਿਸ ਦੀ ਸੁਰੱਖਿਆ ਦੇ ਵਿੱਚ 25-25 ਬੰਦਿਆਂ ਦੇ ਵਿੱਚ ਸੁਧੀਰ ਸੂਰੀ ਵਰਗੇ ਲੋਕਾਂ ਨੂੰ ਮਾਰਤਾ ਜਾਵੇ ਤੇ ਇਹ ਲਾਅ ਐਂਡ ਆਰਡਰ ਕਿੱਥੇ ਹੋਣਾ? ਅੱਜ ਤੁਸੀਂ ਘਟਨਾਵਾਂ ਹੁਣ ਦੇਖ ਹੀ ਰਹੇ ਹੋ ਕੀ ਕੁਝ ਹੋ ਰਿਹਾ ਆਸ-ਪਾਸ, ਮੌਬ ਲਿੰਚਿੰਗਸ ਹੋ ਰਹੀਆਂ ਨੇ, ਆਨੰਦਪੁਰ ਸਾਹਿਬ ਦੀ ਘਟਨਾ ਤੁਸੀਂ ਵੇਖੀ ਹੈ, ਅਜਨਾਲੇ ਦੀ ਤੁਸੀਂ ਘਟਨਾ ਵੇਖੀ ਹੈ, ਇੱਕ ਤੋਂ ਬਾਅਦ ਇੱਕ ਘਟਨਾ ਦੇ ਵਿੱਚ ਮਤਲਬ ਸਮਝ ਵਿੱਚ ਆਉਂਦਾ ਹੈ ਕਿ ਜੋ ਕੁਝ ਹੋ ਰਿਹਾ ਹੈ, ਜੋ ਮੈਸੇਜ ਲੋਕਾਂ ਤੱਕ ਜਾ ਰਿਹਾ ਉਹ ਕੁਝ ਵੱਖਰਾ ਹੈ। ਤੁਸੀਂ ਪਤਾ ਨਹੀਂ ਕਿਹੜੇ ਰਸਾਲਿਆਂ ਨੂੰ, ਪੇਡ ਰਸਾਲੇ ਨੇ, ਪੇਡ ਖਬਰਾਂ ਦੇ ਕਲਿੱਪਸ ਹੁੰਦੇ ਨੇ, ਸਾਨੂੰ ਪਤਾ ਹੈ ਨਾ ਇਹ ਮੈਗਜ਼ੀਨਸ ਕਿਵੇਂ ਖਬਰਾਂ ਛਪਦੀਆਂ ਨੇ, ਕਿਵੇਂ ਇਹ ਸਾਰੇ ਦੇ ਸਾਰੇ ਐਡਵਰਟੋਰੀਅਲਸ ਛਾਪੇ ਜਾਂਦੇ ਹੈਗੇ ਨੇ। ਸੋ ਉਹਨਾਂ ਦੇ ਜ਼ਰੀਏ ਤਾਂ ਦਰਸਾਇਆ ਜਾ ਹੀ ਸਕਦਾ ਕਿ ਪੰਜਾਬ ਲਾਅ ਐਂਡ ਆਰਡਰ ਦੇ ਵਿੱਚ ਗੁਜਰਾਤ ਤੋਂ ਬਾਅਦ ਦੂਜੇ ਨੰਬਰ ਤੇ ਹੈ, ਲੇਕਿਨ ਕੀ ਪੰਜਾਬ ਆਪਣੇ ਪੈਮਾਨੇ, ਪੰਜਾਬ ਦੇ ਆਪਣੇ ਸਟੈਂਡਰਡ ਦੇ ਹਿਸਾਬ ਨਾਲ ਪੰਜਾਬ ਦਾ ਲਾਅ ਐਂਡ ਆਰਡਰ ਠੀਕ ਹੈ? ਅਸੀਂ ਗੁਜਰਾਤ ਤੇ ਉੱਤਰ ਪ੍ਰਦੇਸ਼, ਬਿਹਾਰ ਵਰਗੇ ਸੂਬਿਆਂ ਦੇ ਨਾਲ ਜੇ ਕੰਪੇਅਰ ਕਰਕੇ ਕਹੀਏ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਹੋਣਾ ਤੋਂ ਜ਼ਿਆਦਾ ਠੀਕ ਹੈ ਤਾਂ ਫਿਰ ਚੰਗੀ ਗੱਲ ਹੈ, ਠੀਕ ਹੋਣਾ ਹੀ ਚਾਹੀਦਾ ਹੈ, ਲੇਕਿਨ ਪੰਜਾਬ ਦਾ ਮੁਕਾਬਲਾ ਤਾਂ ਪੰਜਾਬ ਦੇ ਲਾਅ ਐਂਡ ਆਰਡਰ ਦੇ ਨਾਲ ਹੀ ਹੋਏਗਾ ਨਾ। ਸੋ ਉਸ ਪੱਖੋਂ ਗੱਲਬਾਤ ਨੂੰ ਸਮਝਣ ਦੀ ਲੋੜ ਹੈ। ਸੋ ਇਹ ਸਮਝਣ ਦੀ ਗੱਲ ਹੈ ਕਿ ਜੋ ਬਲਕੌਰ ਸਿੰਘ ਜੀ ਕਰ ਰਹੇ ਹੈਗੇ ਨੇ, ਕਹਿ ਰਹੇ ਹੈਗੇ ਨੇ, ਚਲੋ ਉਹ ਤਾਂ ਉਹਨਾਂ ਦਾ ਇੱਕ ਵਿਅਕਤੀਗਤ ਲੜਾਈ ਹੈ, ਉਹਨਾਂ ਦੀ ਸਿੱਧੂ ਮੂਸੇਵਾਲਾ ਦੇ ਕਤਲ ਦੇ ਵਿੱਚ ਇਨਸਾਫ ਦੀ ਲੜਾਈ ਹੈ, ਲੇਕਿਨ ਇਸ ਇਨਸਾਫ ਦੀ ਲੜਾਈ ਦੇ ਪਿੱਛੇ ਇੱਕ ਬਹੁਤ ਵੱਡੀ ਹੋਰ ਜਦੋਜਹਿਦ ਹੈ ਜੋ ਕਿ ਹਰ ਪੰਜਾਬੀ ਕਰਦਾ ਪਿਆ ਹੈ। ਇਸ ਪੰਜਾਬ ਨੂੰ ਸੇਫ ਤੇ ਸਿਕਿਉਰ ਰੱਖਣਾ ਸਰਕਾਰਾਂ ਦੀ, ਪੁਲਿਸ ਦੀ ਜ਼ਿੰਮੇਵਾਰੀ ਹੈ, ਜਿਸ ਦੇ ਵਿੱਚ ਕੁਝ ਹੱਦ ਤੱਕ ਉਹ ਸ਼ਾਇਦ ਮੈਂ ਨਹੀਂ ਕਹਾਂਗਾ ਕਿ ਕਾਮਯਾਬ ਤਾਂ ਨਹੀਂ ਹੋ ਰਹੇ, ਸਰਟਨਲੀ ਤਾਂ ਦਿਸ ਹੀ ਰਿਹਾ ਹੈ, ਲੇਕਿਨ ਜਿਹੜੇ ਕੌਨਫੀਡੈਂਸ ਬਿਲਡਿੰਗ ਮੇਜਰਸ ਹੁੰਦੇ ਨੇ, ਲੋਕਾਂ ਦੇ ਵਿੱਚ ਭਰੋਸਾ ਦਿਵਾਉਣ ਦੇ, ਪੀੜਿਤ ਪ੍ਰਭਾਵਿਤ ਪੱਖਾਂ ਦੇ ਮਨਾਂ ਦੇ ਵਿੱਚ ਜਿਹੜਾ ਭਰੋਸਾ ਦਿਵਾਉਣ ਦੀ ਗੱਲਬਾਤ ਹੈ ਉਹ ਵੀ ਮੈਨੂੰ ਲੱਗਦਾ ਸਰਕਾਰ ਕਰ ਨਹੀਂ ਪਾ ਰਹੀ ਹੈ। ਸੋ ਠੀਕ ਹੈ, ਵਿਧਾਨ ਸਭਾ ਦੇ ਵਿੱਚ ਤੁਸੀਂ 90 ਤੋਂ ਜ਼ਿਆਦਾ ਵਿਧਾਇਕ ਲੈ ਕੇ ਜਿੰਨਾ ਮਰਜ਼ੀ ਰੌਲਾ ਰੱਪਾ ਪਾ ਦਿਓ, ਆਪਣੇ ਉੱਤੇ ਕੈਮਰੇ ਜ਼ੂਮ ਕਰਾ ਕੇ ਵਿਰੋਧੀ ਧਿਰਾਂ ਦੀ ਆਵਾਜ਼ ਨੂੰ ਤਾਂ ਤੁਸੀਂ ਦਿਖਾ ਦਿੰਦੇ ਹੋ, ਉਹਨਾਂ ਦੇ ਚਿਹਰੇ ਪ੍ਰੋਪਰਲੀ ਨਹੀਂ ਦਿਖਾਉਂਦੇ ਹੋ, ਲਾਰਜ ਸ਼ਾਰਟਸ ਦੇ ਵਿੱਚ ਉਹਨਾਂ ਨੂੰ ਦਿਖਾਉਂਦੇ ਹੋ, ਉਹ ਗੱਲਾਂ ਬਾਤਾਂ ਤੁਸੀਂ ਕਰਕੇ ਕੁਝ ਹੱਦ ਤੱਕ ਆਪਣਾ ਨੈਰੇਟਿਵ ਨੂੰ ਆਪਣੇ ਪਾਸੇ ਘੁਮਾਉਣ ਦੀ ਕੋਸ਼ਿਸ਼ ਕਰ ਸਕਦੇ ਹੋ, ਲੇਕਿਨ ਪਬਲਿਕ ਸਭ ਜਾਣਦੀ ਹੈ ਵੀ ਕੀ ਕੁਝ ਹੋ ਰਿਹਾ ਪੰਜਾਬ 'ਚ। ਜੀ ਰਿਤੇਸ਼ ਜੀ, ਇਸੇ ਸਿਲਸਿਲੇ ਦੇ ਅੰਦਰ ਮਨਕੀਰਤ ਔਲਖ ਨੂੰ ਵੀ ਕੁਝ ਦਿਨ ਪਹਿਲੇ NIA ਵੱਲੋਂ ਡਿਟੇਨ ਕੀਤਾ ਜਾਂਦਾ ਹੈ। ਉਹ ਖਬਰ ਆਉਂਦੀ ਹੈ ਵੀ ਉਹਨਾਂ ਨੂੰ ਜਹਾਜ਼ ਚੜ੍ਹਨ ਨਹੀਂ ਦਿੱਤਾ ਜਾਂਦਾ ਤੇ ਉਹਨਾਂ ਨੂੰ ਪੁੱਛਗਿੱਛ ਕੀਤੀ ਜਾਂਦੀ ਹੈ। ਉਹ ਵੀ ਸਿੱਧੂ ਮੂਸੇਵਾਲੇ ਦੇ ਕਨੈਕਟਡ ਕੇਸਿਸ 'ਚ ਹੈ ਕਿ ਕੋਈ ਹੋਰ ਚੀਜ਼ ਦੀ ਘੋਖ ਕੀਤੀ ਜਾ ਰਹੀ ਹੈ NIA ਵੱਲੋਂ? ਦੇਖੋ ਜੀ, NIA ਵਾਲੇ ਇਸ ਕੇਸ ਬਾਰੇ ਮੈਂ ਤੁਹਾਨੂੰ ਪੱਕੀ ਜਾਣਕਾਰੀ ਨਹੀਂ ਦੇ ਪਾਵਾਂਗਾ, ਲੇਕਿਨ ਇਹ ਸੰਭਾਵਨਾ ਹੈ
ਕਿ NIA ਨੇ ਜਿਹੜਾ ਮਨਕੀਰਤ ਔਲਖ ਨੂੰ ਜਾਣ ਤੋਂ ਰੋਕਿਆ ਹੈ, ਕੋਈ ਨਾ ਕੋਈ ਅਜਿਹੇ ਫੈਕਟਰ ਜ਼ਰੂਰ ਹੈਗੇ ਨੇ ਜਿਸ ਕਾਰਨ ਕਿ ਅਦਰਵਾਈਜ਼ ਮਨਕੀਰਤ ਔਲਖ ਪਹਿਲਾਂ ਵੀ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਇਮੀਡੀਏਟਲੀ ਬਾਅਦ ਹੀ ਬਾਹਰ ਚਲੇ ਗਏ ਸੀ ਅਤੇ ਕੁਝ ਮਹੀਨੇ ਬਿਤਾਉਣ ਤੋਂ ਬਾਅਦ ਉਹ ਵਾਪਸ ਵੀ ਆ ਗਏ ਸੀ। ਕੋਈ ਅਜਿਹੀ ਗੱਲਬਾਤ ਨਹੀਂ ਸੀ ਕਿ ਉਹ ਜਾ ਰਹੇ ਨੇ ਤੇ ਵਾਪਸ ਨਹੀਂ ਆਣਗੇ। ਉਹ ਪਹਿਲਾਂ ਵੀ ਪਬਲਿਕ ਡੋਮੇਨ ਦੇ ਵਿੱਚ ਕਹਿ ਚੁੱਕੇ ਨੇ ਤੇ ਅਜਿਹਾ ਕੋਈ ਸ਼ੱਕ ਕਰਨ ਦਾ ਕਾਰਨ ਨਹੀਂ। ਲੇਕਿਨ ਪ੍ਰੋਬੇਬਿਲਿਟੀ ਇਹ ਜ਼ਰੂਰ ਹੈ ਕਿਉਂਕਿ NIA ਇਸ ਮਾਮਲੇ ਦੀ ਹੁਣ ਇੱਕ ਸਰਬਪੱਖੀ ਜਾਂਚ ਕਰਦੀ ਪਈ ਹੈ, ਜਿਸ ਦੇ ਵਿੱਚ ਇਕੱਲਾ ਸਿੱਧੂ ਮੂਸੇਵਾਲਾ ਦਾ ਕਤਲ ਕੇਸ ਹੀ ਇੱਕ ਫੈਕਟਰ ਨਹੀਂ ਹੈ, ਬਲਕਿ ਅਲੱਗ-ਅਲੱਗ ਜਿਹੜੀਆਂ 3 FIR 2 FIRs ਲਿਖੀਆਂ 2+2 ਤੋਂ ਵੱਧ ਕੇ 3 ਹੋ ਗਈਆਂ। ਦਿੱਲੀ ਪੁਲਿਸ ਨੇ ਉਹ ਸਪੈਸ਼ਲ FIRs ਦਰਜ ਕੀਤੀਆਂ ਸੀ, ਅਲੱਗ-ਅਲੱਗ ਗੈਂਗਸ ਤੇ ਗੈਂਗਸਟਰਾਂ ਦੇ ਖਿਲਾਫ ਸਨ। ਸੋ ਉਸ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਸੈਂਕੜਾਂ ਦੀ ਗਿਣਤੀ ਦੇ ਵਿੱਚ ਛਾਪੇਮਾਰੀ ਹੋਈ ਹੈ। ਲਾਰੈਂਸ ਬਿਸ਼ਨੋਈ ਦੇ, ਗੋਲਡੀ ਬਰਾੜ ਦੇ, ਜੱਗੂ ਭਗਵਾਨਪੁਰੀਏ ਦੇ, ਸਾਰੇ ਦੇ ਸਾਰੇ ਗੈਂਗਸਟਰ ਜਿਹੜੇ ਵੀ ਕਿਸੇ ਵੀ ਪੱਖ ਦੇ ਨੇ, ਇਵਨ ਕੌਸ਼ਲ ਚੌਧਰੀ, ਢਿੱਲੋਂ ਤਾਜ, ਜਿੰਨੇ ਵੀ ਦਿੱਲੀ ਬੇਸ ਗੈਂਗਸਟਰ ਹੈਗੇ ਨੇ, ਇਹਨਾਂ ਦੇ ਖਿਲਾਫ ਵੀ ਕਾਰਵਾਈ ਹੋਈ ਹੈ, ਇਹਨਾਂ ਦੇ ਠਿਕਾਣਿਆਂ ਉੱਤੇ ਛਾਪੇਮਾਰੀ ਹੋਈ ਹੈ। ਸੋ ਪੁਲਿਸ ਹਰ ਉਹ ਈਵਨ ਵਕੀਲਾਂ ਦੇ ਉੱਤੇ ਛਾਪੇ ਪਏ ਨੇ ਜਿਹੜੇ ਇਹਨਾਂ ਪੱਖਾਂ ਦੀ ਵਕਾਲਤ ਕਰਦੇ ਰਹੇ ਨੇ, ਤੇ ਵਕੀਲਾਂ ਨੇ, ਬਾਰ ਕਾਉਂਸਲ ਨੇ, ਬਾਰ ਐਸੋਸੀਏਸ਼ਨ ਨੇ ਇਸ ਬਾਰੇ ਹੜਤਾਲ ਤੱਕ ਕੀਤੀ ਪੂਰੇ ਪੰਜਾਬ ਦੇ ਵਿੱਚ ਵੀ NIA ਦੀ ਕਾਰਵਾਈਆਂ ਉਹਨਾਂ ਤੇ ਹੋ ਰਹੀਆਂ ਨੇ। ਸੋ ਜਿਹੜੀ NIA ਮੈਨੂੰ ਲੱਗਦਾ ਕਿ ਇਸ ਮਾਮਲੇ ਦੇ ਸਰਬਪੱਖੀ ਪੜਤਾਲ ਦੇ ਵਿੱਚ ਇੰਟਰਸਟਿਡ ਹੈ, ਤੇ ਜਿਹੜੇ ਵੀ ਤਾਰ ਜੁੜਦੇ ਨੇ ਕਿਸੇ ਗੈਂਗਸਟਰ ਦੇ ਨਾਲ, ਕਿਉਂਕਿ ਮਨਕੀਰਤ ਔਲਖ ਜਿਹੜੇ ਹੈ ਉਹਨਾਂ ਦੀ ਇੱਕ ਜਿਹੜੀ ਨੇੜਤਾ ਬਾਈ ਵਰਚੂ ਆਫ ਦਾ ਫੈਕਟ ਵੀ ਕਾਲਜ ਦੇ ਜ਼ਮਾਨੇ ਦੇ ਵਿੱਚ ਲਾਰੈਂਸ ਬਿਸ਼ਨੋਈ ਹੋਣਾ ਦੇ ਨਾਲ ਰਿਹਾ ਕਰਦੀ ਸੀ, ਤਾਂ ਕੋਈ ਨਾ ਕੋਈ ਫੈਕਟਰ ਜ਼ਰੂਰ ਹੋਏਗਾ ਜਿਸ ਦੀ ਜਾਂਚ ਦੀ ਜਾਣਕਾਰੀ ਫਿਲਹਾਲ ਤਾਂ ਪਬਲਿਕ ਡੋਮੇਨ ਦੇ ਵਿੱਚ ਜਾਂ ਕਿਸੇ ਨਾਲ ਸ਼ੇਅਰ ਨਹੀਂ ਕੀਤੀ ਗਈ ਹੈ। ਲੇਕਿਨ ਜੇ ਉਹਨਾਂ ਨੂੰ ਰੋਕਿਆ ਗਿਆ ਹੈ, ਜਿਸ ਤਰੀਕੇ ਨਾਲ ਤੁਸੀਂ ਵੀ ਦੇ ਰਹੇ ਹੋ ਤੇ ਖਬਰਾਂ ਪਬਲਿਕ ਡੋਮੇਨ ਦੇ ਵਿੱਚ ਹੈਗੀਆਂ ਨੇ, ਤਾਂ ਇਟ ਮੀਨਸ ਕਿ NIA ਇਹ ਰਿਸਕ ਲੈਣਾ ਨਹੀਂ ਚਾਹੁੰਦੀ ਤੇ ਉਹਨਾਂ ਦੀ ਭੂਮਿਕਾ ਨੂੰ ਵੀ ਆਪਣੇ ਲੈਵਲ ਤੇ ਪਰਖਣਾ ਜਾਂ ਪੜਤਾਲਣਾ ਚਾਹੁੰਦੀ ਹੈ। ਸੋ ਇਹੀ ਕਾਰਨ ਹੋ ਸਕਦਾ ਹੈ। ਬਾਕੀ ਤਾਂ ਗੱਲਾਂ ਬਾਤਾਂ ਜਦੋਂ NIA ਪਬਲਿਕ ਡੋਮੇਨ ਦੇ ਵਿੱਚ ਲਾਏਗੀ, ਕਿਉਂਕਿ ਮੈਂ ਇਸ ਚੀਜ਼ ਨੂੰ ਹਮੇਸ਼ਾ ਮੰਨਦਾ ਵੀ ਜਦ ਤੱਕ ਪੁਖਤਾ ਤੁਹਾਡੇ ਕੋਲ ਹੱਥ ਵਿੱਚ ਕੋਈ ਗੱਲਬਾਤ ਸਬੂਤ ਨਾ ਹੋਣ, ਕੋਈ ਵੈਲਿਡ ਰੀਜ਼ਨ ਨਾ ਹੋਵੇ, ਆਪਾਂ ਕਿਸੇ ਉੱਤੇ ਇਸ ਤਰੀਕੇ ਦੇ ਨਾਲ ਕਿਰਦਾਰ ਕੁਸ਼ੀ ਵੀ ਨਹੀਂ ਕਰ ਸਕਦੇ, ਕਿਚੜ ਵੀ ਨਹੀਂ ਉਛਾਲ ਸਕਦੇ। ਜੀ, ਬਹੁਤ ਬਹੁਤ ਧੰਨਵਾਦ ਰਿਤੇਸ਼ ਜੀ, ਸਾਰੇ ਮਸਲੇ ਨੂੰ ਐਡਰੈਸ ਕਰਨ ਵਾਸਤੇ, ਚਾਨਣ ਪਾਉਣ ਵਾਸਤੇ ਬਹੁਤ ਬਹੁਤ ਧੰਨਵਾਦ। ਧੰਨਵਾਦ।